अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान गेट पंजाबी गेट पंजाबी गेट पंजाबी पंजाबी गेट पंजाबी गेट पंजाबी। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਭ ਨੂੰ ਖਬਰ ਦਏ, ਸਭ ਦੀ ਖਬਰ ਲਏ। ਮੌਜੂਦਾ ਹਾਲਾਤ ਧਾਰਮਿਕ, ਸਮਾਜਿਕ, ਪੰਥਕ, ਰਾਜਨੀਤਿਕ ਹਰ ਉਸ ਮਸਲੇ ਨੂੰ ਜਿਸ ਦਾ ਸਾਡੇ ਨਾਲ ਤਾਲੁਕ ਹੈ ਜਾਂ ਹੋ ਸਕਦਾ ਹੈ, ਸਾਡੀ ਕੋਸ਼ਿਸ਼ ਹੁੰਦੀ ਹੈ ਉਸ ਦੇ ਉੱਤੇ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰੀਏ, ਤੁਹਾਨੂੰ ਜਾਣਕਾਰੀ ਭਰਪੂਰ ਉਹ ਸਾਰੇ ਹਵਾਲੇ ਦੇਣ ਦੀ ਕੋਸ਼ਿਸ਼ ਕਰੀਏ ਜਿਨ੍ਹਾਂ ਦਾ ਤਾਲੁਕ ਹੈ। ਦਰਅਸਲ ਇਹ ਜਦੋਂ ਰੈਫਰੈਂਸਸ, ਹਵਾਲੇ ਜਾਂ ਉਹ ਖਬਰਾਂ ਉਹਨਾਂ ਦੇ ਸਹੀ ਤੱਥ ਅਗਰ ਤੁਹਾਨੂੰ ਪਹੁੰਚ ਜਾਣ ਤਾਂ ਤੁਸੀਂ ਫਿਰ ਆਪਣਾ ਉਸ ਦੇ ਉੱਤੇ ਵਿਚਾਰ ਬਣਾ ਸਕਦੇ ਹੋ, ਵਿਚਾਰ ਪ੍ਰਗਟ ਕਰ ਸਕਦੇ ਹੋ। ਮੌਜੂਦਾ ਦੌਰ ਕਾਫੀ ਮਹੱਤਵਪੂਰਨ ਹੈ। ਦੇਸ਼ ਦੇ ਹਾਲਾਤ ਵੀ ਬਦਲ ਰਹੇ ਹਨ। ਚੋਣਾਂ ਸਿਰ ਦੇ ਉੱਤੇ ਆਈਆਂ ਹਨ। ਭਾਂਤ-ਭਾਂਤ ਦੇ ਰੰਗ ਬਰੰਗੇ ਲੀਡਰ ਵੀ, ਰਾਜਨੀਤਿਕ ਦਲ ਵੀ, ਪਾਰਟੀਆਂ ਵੀ, ਨਾਅਰੇ ਵੀ ਉਹ ਲਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਖ ਪੰਥ ਜਿੱਥੇ ਕਦੇ ਸਮਾਂ ਸੀ ਆਪਣੀ ਆਜ਼ਾਦਾਨਾ ਤੌਰ ਦੇ ਉੱਤੇ ਆਜ਼ਾਦ ਹਸਤੀ ਦੇ ਰਾਹੀਂ ਆਪਣੇ ਨਿਰਣੇ ਕਰਦਾ ਸੀ, ਬਲਕਿ ਜੇਕਰ ਇਹ ਕਹਿ ਲਿਆ ਜਾਏ ਤਾਂ ਬਿਲਕੁਲ ਅਤਕਥਨੀ ਨਹੀਂ, ਬਿਲਕੁਲ ਸੱਚਾਈ ਹੈ ਕਿ ਦੇਸ਼ ਦੀ ਵੰਡ ਤੋਂ ਪਹਿਲੇ ਸ਼੍ਰੋਮਣੀ ਅਕਾਲੀ ਦਲ ਦਾ ਰੁਤਬਾ ਇਹ ਸੀ ਕਿ ਬਾਕੀ ਰਾਜਨੀਤਿਕ ਪਾਰਟੀਆਂ ਇਸ ਦੇ ਕੋਲੋਂ ਅਗਵਾਈ ਲੈਂਦੀਆਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਦੋਂ ਮੀਟਿੰਗ ਹੁੰਦੀ ਸੀ, ਇਹ ਤੱਥਾਂ ਦੇ ਉੱਤੇ ਆਧਾਰਿਤ ਹੈ ਕਿ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੁੰਦੀ ਸੀ ਤਾਂ ਗਵਰਨਰ ਜਨਰਲ ਆਫ ਇੰਡੀਆ ਵਾਇਸਰਾਏ ਦੇ ਦਫ਼ਤਰ 'ਚੋਂ ਉਹਨਾਂ ਦੇ ਉੱਚ ਅਧਿਕਾਰੀ ਅੰਮ੍ਰਿਤਸਰ ਆ ਕੇ ਬੈਠ ਜਾਂਦੇ ਸੀ ਔਰ ਉੱਥੇ ਵਾਇਰਲੈਸ ਸੈੱਟ ਲੱਗੇ ਹੁੰਦੇ ਸੀ ਔਰ ਪਲ ਪਲ ਦੀ ਖਬਰ ਦਿੰਦੇ ਸੀ ਕਿ ਇੰਗਲੈਂਡ ਦੇ ਵਿੱਚ ਬੈਠ ਕੇ ਸੈਕਟਰੀ ਆਫ ਸਟੇਟ ਖੁਦ ਉਸ ਨੂੰ ਮੋਨੀਟਰ ਕਰਦੇ ਸੀ ਕਿ ਸਿੱਖ ਕਿਹੜਾ ਫੈਸਲਾ ਲੈਣ ਵਾਲੇ ਹਨ। ਔਰ ਇੱਕ ਗੱਲ ਪੱਕੀ ਹੈ, ਉਹ ਜਿਹੜਾ ਫੈਸਲਾ ਲੈ ਲੈਂਦੇ ਸੀ ਕਦੇ ਅੱਜ ਤੱਕ ਨਹੀਂ ਹੋਇਆ ਕਿ ਉਸ ਤੋਂ ਕਦੇ ਇਨਕਾਰੀ ਹੋਏ ਹੋਣ, ਕਦੇ ਮੁਨਕਰ ਹੋਏ ਹੋਣ ਜਾਂ ਕਦੇ ਨਾਕਾਮਯਾਬ ਰਹੇ ਹੋਏ ਹੋਣ। ਚਾਹੇ ਉਹ ਮਸਲਾ ਸ਼ਹੀਦਗੰਜ ਦੀ ਉਸ ਗੁਰਦੁਆਰਾ ਸਾਹਿਬ ਦੇ ਉਸ ਪਾਵਨ ਸਥਾਨ ਦਾ ਸੀ ਜਿਹੜੀ ਮਸਜਿਦ ਬਣ ਚੁੱਕੀ ਸੀ, ਜਾਂ ਹੋਰ ਵੀ ਜਿੰਨੇ ਮੋਰਚੇ ਹੋਣ, ਉਹਨਾਂ ਸਾਰਿਆਂ ਦੇ ਵਿੱਚ ਅਰਦਾਸ ਕਰਕੇ ਉਹ ਲੀਡਰ, ਉਹ ਆਗੂ ਜਦੋਂ ਅਰਦਾਸਾ ਸੋਧ ਕੇ ਉਸ ਪਾਸੇ ਤੁਰਦੇ ਸੀ ਤਾਂ ਜਿੱਤ ਯਕੀਨੀ ਸੀ। ਜਿੱਤਾਂ ਦਏਗਾ ਕਲਗੀਆਂ ਵਾਲਾ, ਵਧੀ ਚਲੋ ਬਈ ਵਧੀ ਚਲੋ, ਇਹ ਨਾਰਾ ਮਾਰਦੇ ਸੀ। ਔਰ ਜਿਹੜੇ ਵਰਕਰ ਵੀ ਸਨ, ਜਿਹੜੇ ਸਿੰਘ ਵੀ ਸਨ, ਉਹ ਵੀ ਇਸ ਜਜ਼ਬੇ ਨਾਲ ਜਾਂਦੇ ਸੀ, ਸੁਣੋ ਖਾਲਸਾ ਜੀ ਸਾਡੇ ਕੂਚ ਡੇਰੇ, ਅਸੀਂ ਆਖਰੀ ਫਤਿਹ ਗਜਾ ਚੱਲੇ। ਜਿਵੇਂ ਪੁਰਾਤਨ ਕਿਹਾ ਜਾਂਦਾ ਹੈ, ਸਾਹਿਬਜ਼ਾਦਾ ਅਜੀਤ ਸਿੰਘ ਨੇ ਕਿਹਾ ਸੀ, ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਅਗਰ ਹਾਰ ਗਿਆ ਹਾਰ ਕੇ ਜੀਤਾ ਨਾ ਆਊਂਗਾ। ਇਸ ਜਜ਼ਬੇ ਦੇ ਨਾਲ ਪੰਥ ਤੇ ਪੰਥਕ ਧਿਰਾਂ ਕੰਮ ਕਰਦੀਆਂ ਸੀ। ਔਰ ਬਹੁਤ ਵੱਡੀ ਗੱਲ ਸੀ ਉਹ ਜਿਹੜਾ ਇਤਿਹਾਸ ਹੈ, ਸੁਨਹਿਰੀ ਇਤਿਹਾਸ ਹੈ,
ਜਿਸ ਨੂੰ ਵਾਕਈ ਹੀ ਸ਼ਹੀਦਾਂ ਦਾ ਇਤਿਹਾਸ, ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਸੀ। ਕਿਸੇ ਦੇ ਅਧੀਨ ਨਹੀਂ ਸੀ। ਸਮਝੌਤੇ ਵੀ ਕੀਤੇ, ਵੱਖ-ਵੱਖ ਪਾਰਟੀਆਂ ਨਾਲ ਵੀ ਕੀਤੇ, ਪਰ ਆਪਣੀ ਆਜ਼ਾਦ ਹੋਂਦ ਅਤੇ ਹਸਤੀ ਦੇ ਉੱਤੇ ਕੋਈ ਵੀ ਸਮਝੌਤਾ ਨਹੀਂ ਕੀਤਾ। ਹੁਣ ਦੇ ਬਾਰੇ ਤਾਂ ਦਰਸ਼ਕ ਖੁਦ ਫੈਸਲਾ ਕਰ ਸਕਦੇ ਹਨ ਕਿ ਸਾਡੀ ਪੰਥਕ ਰਾਜਨੀਤੀ ਦਾ ਮੂੰਹ ਮੁਹਾਂਦਰਾ ਕਿੰਨਾ ਕੁ ਹੈ ਔਰ ਕਿਹੜੇ ਪਾਸੇ ਹੈ, ਇਹਦੀ ਡਾਇਰੈਕਸ਼ਨ ਕਿਹੜੇ ਪਾਸੇ ਹੈ, ਇਹ ਅਸੀਂ ਜ਼ਰੂਰ ਕਰਨਾ ਹੈ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਹੀ ਮਹੱਤਵਪੂਰਨ ਇੱਕ ਪੱਖ ਛੋਹਿਆ ਸੀ। ਰਾਸ਼ਟਰੀ ਸਵੈਮ ਸੇਵਕ ਸੰਘ RSS, ਉਹਨਾਂ ਦੇ ਮੁਖੀ ਸ਼੍ਰੀ ਮੋਹਨ ਭਾਗਵਤ ਜੀ ਨੇ ਬਿਆਨ ਦਿੱਤਾ ਹੈ ਕਿ ਸਿੱਖ ਹਿੰਦੂ ਹੈ। ਆਜ਼ਾਦ ਹੋਂਦ ਨੂੰ ਮੰਨਣ ਤੋਂ ਇਨਕਾਰ ਕੀਤਾ। ਪਹਿਲੀ ਵਾਰ ਨਹੀਂ ਹੈ, ਬੜੀ ਵਾਰ ਕਰ ਚੁੱਕੇ ਹਨ। ਖੈਰ, ਫਰਕ ਵੀ ਨਹੀਂ ਪੈਂਦਾ। ਕਿਸੇ ਦੇ ਸਰਟੀਫਿਕੇਟ ਦੇ ਦੇਣ ਦੇ ਨਾਲ ਜਾਂ ਲੈ ਲੈਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਇੱਕ ਸੋਚ ਦਾ ਜ਼ਰੂਰ ਅੰਤਰ ਹੈ, ਇੱਕ ਸੋਚ ਨਿਰਭਰ ਕਰਦੀ ਹੈ। ਅੱਜ ਜਿਵੇਂ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਉਸੇ ਗੱਲ ਨੂੰ ਅੱਗੇ ਤੋਰਦਿਆਂ, ਕਿਉਂਕਿ ਤੁਹਾਡੇ ਵਿਚਾਰ ਬਹੁਤ ਕੀਮਤੀ ਹਨ, ਤੁਹਾਡੀ ਜਾਣਕਾਰੀ ਜਿਹੜੀ ਤੁਸੀਂ ਦੇਣਾ ਚਾਹੁੰਦੇ ਹੋ ਔਰ ਜਿਹੜੇ ਵਿਚਾਰ ਤੁਸੀਂ ਰੱਖਣਾ ਚਾਹੁੰਦੇ ਹੋ, ਕਿਉਂਕਿ ਇਹ ਟਿੱਪਣੀ ਹਰ ਸਿੱਖ ਬਾਰੇ ਹੈ, ਸਾਡੇ ਵਰਤਮਾਨ ਬਾਰੇ ਹੈ, ਸਾਡੇ ਭਵਿੱਖ ਬਾਰੇ ਹੈ। ਅੱਜ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਇੱਕ ਹੋਰ ਸੰਸਥਾ ਹੈ ਜਿਹੜੀ ਇਹਨਾਂ ਦੇ ਅਧੀਨ ਹੈ, ਔਰ ਉਸ ਸੰਸਥਾ ਦਾ ਨਾਮ ਹੈ ਰਾਸ਼ਟਰੀ ਸਿੱਖ ਸੰਗਤ RSS। ਉਹ ਵੀ RSS ਹੈ। ਸ਼ਾਇਦ ਬਹੁਤੇ ਬੰਦਿਆਂ ਨੂੰ ਪਤਾ ਵੀ ਨਹੀਂ ਹੈ RSS ਦਾ ਕਿੱਥੇ ਔਰ ਕੀ ਮਤਲਬ ਨਿਕਲਦਾ ਹੈ। ਜਿੱਥੇ ਲੋੜ ਪੈਂਦੀ ਹੈ ਉਹਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਵਰਤ ਲਿਆ ਜਾਂਦਾ ਹੈ, ਜਿੱਥੇ ਲੋੜ ਪੈਂਦੀ ਹੈ ਰਾਸ਼ਟਰੀ ਸਿੱਖ ਸੰਗਤ ਵਰਤ ਲਿਆ ਜਾਂਦਾ ਹੈ। ਸੋ ਇਹ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਅਧੀਨ ਬਣਾਈ ਹੋਈ ਸੰਸਥਾ, ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਸਿੱਖਾਂ ਨੂੰ ਮੈਂਬਰ ਬਣਾ ਕੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਫਿਲਾਸਫੀ ਦੇ ਨਾਲ ਜੋੜਨ ਦਾ ਇਹ ਉਪਰਾਲਾ, ਇਹ ਉਸ ਵੇਲੇ ਸ਼ੁਰੂ ਹੋਇਆ ਜਦੋਂ ਸਾਕਾ ਨੀਲਾ ਤਾਰਾ ਹੋ ਗਿਆ, ਕੱਲੂਕਾਰਾ ਹੋ ਗਿਆ, ਔਰ ਜਦੋਂ ਬਹੁਤ ਹੀ ਨਿਰਾਸਤਾ ਵਾਲੀ ਹਾਲਤ ਸੀ, ਉਸ ਵੇਲੇ 24 ਨਵੰਬਰ 1986 ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਦੇ ਉੱਤੇ RSS ਵੱਲੋਂ ਰਾਸ਼ਟਰੀ ਸਿੱਖ ਸੰਗਤ ਦੀ ਸਥਾਪਨਾ ਕੀਤੀ ਗਈ। ਕਾਨਪੁਰ ਦੇ ਸਰਦਾਰ ਸ਼ਮਸ਼ੇਰ ਸਿੰਘ ਇਸ ਦੇ ਪਹਿਲੇ ਕੋਆਰਡੀਨੇਟਰ ਤੇ ਪ੍ਰਧਾਨ ਥਾਪੇ ਗਏ, ਔਰ ਉਸ ਵੇਲੇ ਤੋਂ ਇਹ ਸੰਸਥਾ ਲਗਾਤਾਰ ਕੰਮ ਕਰ ਰਹੀ ਹੈ, ਪਰ ਨਿਸ਼ਾਨਾ ਬਿਲਕੁਲ ਉਹੀ ਹੈ। ਅਸੀਂ ਅੱਜ ਤੁਹਾਨੂੰ ਇਸ ਸੰਸਥਾ ਦੇ ਬਾਰੇ ਜ਼ਰੂਰ ਜਾਣਕਾਰੀ ਦਿਆਂਗੇ ਕਿ ਇਹ ਜਿਹੜਾ ਲਫ਼ਜ਼ ਹੈ ਰਾਸ਼ਟਰੀ ਸਿੱਖ ਸੰਗਤ, ਇਹ ਤਿੰਨ ਲਫ਼ਜ਼ਾਂ ਦੇ ਉੱਤੇ ਆਧਾਰਿਤ ਹੈ। ਕਿੰਨਾ ਕੁ ਰਾਸ਼ਟਰੀ, ਕਿੰਨਾ ਕੁ ਸਿੱਖ ਤੇ ਕਿੰਨੀ ਕੁ ਸੰਗਤ, ਕੀ ਇਹ ਸਾਰਥਕ ਹੈ ਆਪਣੇ ਨਾਮ ਦੇ ਨਾਲ? ਕਿਉਂਕਿ ਇਹ ਇਨਫੋਰਮੇਸ਼ਨ ਜਾਂ ਜਾਣਕਾਰੀ ਹਾਸਲ ਹੋਏ ਅੱਗੇ ਤੋਂ ਫਿਰ ਆਸਾਨੀ ਹੁੰਦੀ ਹੈ। ਇੱਕ ਗੱਲ ਹੋਰ ਦੱਸ ਦਈਏ, 3 ਹੁਕਮਨਾਮੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹਨ ਕਿ RSS ਪੰਥ ਵਿਰੋਧੀ ਸੰਸਥਾ ਹੈ, ਇਹਨਾਂ ਦੇ ਇਰਾਦਿਆਂ ਤੋਂ ਬਚ ਕੇ ਰਹਿਣਾ ਚਾਹੀਦਾ। ਇਹ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਹੈ। ਇੱਕ ਹੋਰ ਬੜੀ ਵੱਡੀ ਇਨਫੋਰਮੇਸ਼ਨ ਹੈ ਕਿ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਗੁਰਚਰਨ ਸਿੰਘ ਗਿੱਲ, ਜਦੋਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਾਰੀ ਹੋਏ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਚਿੱਠੀ ਜਾਰੀ ਕੀਤੀ ਕਿ ਅਕਾਲ ਤਖਤ ਸਾਹਿਬ ਨੇ ਇਹਨਾਂ ਨੂੰ ਮਾफ़ ਕਰ ਦਿੱਤਾ ਹੈ ਔਰ ਹੁਕਮਨਾਮਾ ਵਾਪਸ ਲੈ ਲਿਆ। ਬਾਅਦ ਵਿੱਚ ਪਤਾ ਲੱਗਾ ਕਿ ਉਹ ਚਿੱਠੀ ਵੀ ਜਾਲੀ ਸੀ, ਜਿਹੜੀ ਕਿ RSS ਵੱਲੋਂ ਜਾਰੀ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਥੱਲੇ, ਉਹਨਾਂ ਦੀ ਮੋਹਰ ਦੇ ਥੱਲੇ। ਉਹ ਜਥੇਦਾਰ ਜੋਗਿੰਦਰ ਸਿੰਘ ਜੀ ਦੇ ਸਮੇਂ ਉਹਨਾਂ ਦੇ ਜਾਲੀ ਦਸਤਖਤ ਜਾਰੀ ਕਰਕੇ ਉਹ ਚਿੱਠੀ ਜਾਰੀ ਕੀਤੀ ਗਈ ਤਾਂ ਕਿ ਇਹ ਭੁਲੇਖਾ ਕਾਇਮ ਰੱਖਿਆ ਜਾ ਸਕੇ, ਪਰ ਖੈਰ ਉਹ ਸਮੇਂ ਸਿਰ ਉਜਾਗਰ ਹੋ ਗਿਆ।
ਅੱਜ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਜਾਣਕਾਰੀ ਦੇਵਾਂਗੇ ਔਰ ਇਸ ਦੇ ਨਾਲ ਹੀ ਤੁਹਾਡੇ ਵਿਚਾਰਾਂ ਲਈ ਬੇਨਤੀ ਵੀ ਕਰਾਂਗੇ। ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਪੰਥਕ ਹਿੱਤ ਦੇ ਵਿੱਚ ਕੀ ਕਰਨਾ ਚਾਹੀਦਾ, ਇਸ ਦੇ ਬਾਰੇ ਤੁਹਾਡੇ ਵਿਚਾਰ ਲਵਾਂਗੇ। ਪਰ ਵਕਫੇ ਤੋਂ ਪਹਿਲਾਂ ਬਹੁਤ ਛੋਟੀਆਂ ਦੋ ਸੁਰਖੀਆਂ ਹਨ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰੀਏ। ਜਗਦੀਸ਼ ਟਾਈਟਲਰ, ਜਿਸ ਦੇ ਉੱਤੇ ਕਾਂਗਰਸ ਦਾ ਉਹ ਆਗੂ ਜਿਸ ਦੇ ਉੱਤੇ ਭੀੜ ਨੂੰ ਭੜਕਾਉਣ, ਦੰਗੇ ਕਰਨ, ਸਿੱਖ ਕਤਲੇਆਮ ਦੇ ਦੋਸ਼ ਹੋਣ ਦਾ ਜਿਸ ਦੇ ਉੱਤੇ ਆਰੋਪ ਹਨ ਔਰ ਜਿਸ ਨੂੰ CBI ਨੇ ਬਰੀ ਕਰ ਦਿੱਤਾ ਸੀ, ਪਰ ਟਰਾਇਲ ਕੋਰਟ ਨੇ CBI ਦੀ ਦਿੱਤੀ ਹੋਈ ਕਲੀਨ ਚਿੱਟ ਨੂੰ ਰੱਦ ਕਰਕੇ ਦੁਬਾਰਾ ਮੁਕੱਦਮਾ ਚਲਾਇਆ। ਬਾਅਦ ਵਿੱਚ ਜਗਦੀਸ਼ ਟਾਈਟਲਰ ਨੇ ਬੜੀ ਕੋਸ਼ਿਸ਼ ਕੀਤੀ ਹਾਈ ਕੋਰਟ ਵਿੱਚ ਜਾਣ ਦੀ ਔਰ ਉੱਥੋਂ ਕੋਈ ਆਪਣੇ ਹੱਕ ਵਿੱਚ ਲੈਣ ਦੀ ਫੈਸਲਾ, ਪਰ ਉਹ ਨਹੀਂ ਕਾਮਯਾਬ ਹੋਇਆ। ਹੁਣ ਦਿੱਲੀ ਹਾਈ ਕੋਰਟ ਦੇ ਵਿੱਚ ਜਗਦੀਸ਼ ਟਾਈਟਲਰ ਨੇ ਫਿਰ ਇੱਕ ਅਰਜ਼ੀ ਦਾਖਲ ਕੀਤੀ ਕਿ ਉਸ ਦੇ ਉੱਤੇ ਕੀਤੀ ਜਾ ਰਹੇ ਟਰਾਇਲ ਨੂੰ, ਜਿਹੜੀ ਉਹਦੇ ਉੱਤੇ ਮੁਕੱਦਮਾ ਚੱਲ ਰਿਹਾ ਹੈ, ਉਸ ਦੇ ਉੱਤੇ ਰੋਕ ਲਗਾ ਦਿੱਤੀ ਜਾਏ। ਪਰ ਜਸਟਿਸ VP ਵੈਸ਼ ਨੇ ਇਸ ਅਰਜ਼ੀ ਨੂੰ ਰੱਦ ਕਰ ਦਿੱਤਾ, ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਅਗਲੀ ਤਾਰੀਖ 17 ਅਪ੍ਰੈਲ ਦੀ ਪਾਈ। ਹਾਲਾਂਕਿ ਜਗਦੀਸ਼ ਟਾਈਟਲਰ ਵੱਲੋਂ ਇਹ ਕਿਹਾ ਗਿਆ ਸੀ ਕਿ ਇਹ ਤਾਰੀਖ ਛੇਤੀ ਹੀ ਮੁਕਰਰ ਕੀਤੀ ਜਾਏ, ਪਰ ਅਦਾਲਤ ਨੇ, ਮਾਨਯੋਗ ਅਦਾਲਤ ਨੇ ਇਸ ਦਲੀਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇੱਕ ਪਾਸੇ ਤਾਂ 1986 ਤੋਂ ਲੈ ਕੇ ਇਹ ਜਿਹੜਾ ਮੁਕੱਦਮਾ 1984 ਦੇ ਉਸ ਕਤਲੇਆਮ ਦਾ ਮੁਕੱਦਮਾ ਇੰਨੇ ਸਾਲ ਲਟਕਦਾ ਰਿਹਾ, ਪਰ ਹੁਣ ਜਗਦੀਸ਼ ਟਾਈਟਲਰ ਵੱਲੋਂ ਇਹ ਪਲੀ ਲਈ ਗਈ ਕਿ ਇਸ ਦਾ ਫੈਸਲਾ ਛੇਤੀ ਕੀਤਾ ਜਾਏ। ਕੀ ਇਹ ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਜਾਂ ਇਸ ਦੇ ਪਿੱਛੇ ਕਿਹੜੀ ਭਾਵਨਾ ਸੀ, ਇਹ ਕਿਹਾ ਨਹੀਂ ਜਾ ਸਕਦਾ, ਪਰ ਅਦਾਲਤ ਨੇ ਕੋਈ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਅਗਲੀ ਸੁਰਖੀ ਬਹੁਤ ਛੋਟੀ ਜੀ ਹੈ, ਕਿਸੇ ਟਿੱਪਣੀ ਦੀ ਮੁਹਤਾਜ ਨਹੀਂ। ਵਿਸਥਾਰ ਸਹਿਤ ਅਸੀਂ ਪ੍ਰੋਗਰਾਮ ਲੈ ਕੇ ਆਵਾਂਗੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ, ਉਹਨਾਂ ਨੇ ਬਾਦਲ ਪਿੰਡ ਦੇ ਵਿੱਚੋਂ ਖੇਤਾਂ ਦੀ ਮਿੱਟੀ ਅਤੇ ਜ਼ਰਾਇਤੀ ਸੰਦ ਇਕੱਠੇ ਕਰਨੇ ਸ਼ੁਰੂ ਕੀਤੇ ਹਨ ਔਰ ਕਮਲ ਸ਼ਰਮਾ, ਭਾਰਤੀ ਜਨਤਾ ਪਾਰਟੀ ਦੇ ਮੁਖੀ, ਪੰਜਾਬ ਦੇ ਮੁਖੀ ਨੂੰ ਦਿੱਤੇ ਹਨ ਕਿ ਉਹ ਪੰਜਾਬ ਦੇ ਸਾਰੇ ਪਿੰਡਾਂ 'ਚੋਂ ਮਿੱਟੀ ਅਤੇ ਸੰਦ ਇਕੱਠੇ ਕਰਕੇ ਦੇਣਗੇ ਭਾਰਤੀ ਜਨਤਾ ਪਾਰਟੀ ਨੂੰ, ਤਾਂ ਕਿ ਵੱਲਭ ਭਾਈ ਪਟੇਲ, ਜਿਨ੍ਹਾਂ ਨੂੰ ਸਰਦਾਰ ਪਟੇਲ ਕਰਕੇ ਕਿਹਾ ਜਾਂਦਾ ਹੈ, ਉਹਨਾਂ ਦਾ 2500 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਬੁੱਤ, ਉਹਦੇ ਲਈ ਇਹ ਸ਼ਾਮਲ ਹੋ ਸਕਣ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਪਟੇਲ ਦੀ ਵੱਡੀ ਸ਼ਖਸੀਅਤ ਸੀ ਔਰ ਉਹਨਾਂ ਦੀ ਬੜੀ ਵੱਡੀ ਦੇਣ ਹੈ। ਆਉਣ ਵਾਲੇ ਨਵੀਂ ਪੀੜ੍ਹੀ ਨੂੰ ਉਹਨਾਂ ਦੇ ਬਾਰੇ ਜਾਣਕਾਰੀ ਜ਼ਰੂਰੀ ਹੈ। ਨਵੀਂ ਜਨਰੇਸ਼ਨ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਰਦਾਰ ਪਟੇਲ ਦੀਆਂ ਕਿਹੜੀਆਂ ਦੇਸ਼ ਪ੍ਰਤੀ ਸੇਵਾਵਾਂ ਹਨ। ਬਿਲਕੁਲ ਨਿਰਪੱਖ ਹੋ ਕੇ ਸਰਦਾਰ ਪਟੇਲ ਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਔਰ ਪੰਜਾਬ ਦੇ ਬਾਰੇ ਵੀ ਜ਼ਰੂਰ ਜਾਣਕਾਰੀ ਸ਼ਾਮਲ ਕਰਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਸਰਦਾਰ ਪਟੇਲ ਦੇ ਹੋਮ ਮਿਨਿਸਟਰ ਹੁੰਦਿਆਂ ਇਹ ਸਰਕੂਲਰ ਜਾਰੀ ਹੋਇਆ ਸੀ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ ਔਰ ਉਹਨਾਂ ਦੇ ਇਸ ਰਾਜਕਾਲ ਦੇ ਵਿੱਚ ਹੀ ਕਾਂਗਰਸ ਵੱਲੋਂ ਕੀਤੇ ਹੋਏ ਸਾਰੇ ਵਾਅਦਿਆਂ ਨੂੰ ਬਿਲਕੁਲ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਕਿ ਉਹ ਸਾਰੇ ਵਾਅਦੇ ਵਕਤ ਦੇ ਨਾਲ ਕੀਤੇ ਗਏ ਸੀ, ਹੁਣ ਪੂਰੇ ਨਹੀਂ ਕੀਤੇ ਜਾ ਸਕਦੇ ਅਤੇ ਇਹ ਸਰਦਾਰ ਪਟੇਲ ਦੇ ਰਾਜਕਾਲ ਦੇ ਵਿੱਚ ਹੀ ਸੀ ਕਿ ਅਕਾਲੀ ਲੀਡਰਸ਼ਿਪ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਔਰ ਸਿੱਧਾ ਹੀ ਅਕਾਲੀ ਰਾਜਨੀਤੀ ਨੂੰ ਚੈਲੰਜ ਵੀ ਕੀਤਾ ਗਿਆ। ਸੋ ਇਹ ਹਨ ਕੁਝ ਕੁ ਸੁਰਖੀਆਂ। ਅਸੀਂ ਵਿਸਥਾਰ ਸਹਿਤ ਫਿਰ ਕਿਸੇ ਵੇਲੇ ਇਸ ਦੇ ਉੱਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ। ਹੁਣ ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ। Breathe
Preet Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Preet Furniture can do it all. ते अपनी पसंद का फर्नीचर खरीदो। बलिंदर सिंह जी नु आज ही कॉल करो 7188494530 और 9177748566. Preet Furniture. Tax Raja. We are tax planners, not just tax preparers. Tax Raja ਕੋਲ ਤਜਰਬੇਕਾਰ CPAs, tax planners ਅਤੇ tax preparers ਹਨ। ਅਸੀਂ individual ਤੇ business tax returns, income tax filing, bookkeeping, payroll, financial statement, free e-file, free tax advice, free review ਤੇ IRS representation ਕਰਦੇ ਹਾਂ। ਜਲਦੀ tax file ਕਰੋ ਅਤੇ ਜਲਦੀ ਹੀ ਫੰਡ ਪਾਓ। Taxi, limousine, construction ਵੀਰਾਂ ਲਈ ਅਤੇ ਨਾਲ ਹੀ ਨਾਲ self employed ਲਈ special price. We have multiple locations. ਅੱਜ ਹੀ ਕਾਲ ਕਰੋ 7188801992. ਮਿਸਟਿਕ ਬ੍ਰੋਕਰੇਜ ਤੁਹਾਡੀਆਂ ਕਾਰ ਇੰਸ਼ੋਰੈਂਸ ਸੰਬੰਧੀ ਜ਼ਰੂਰਤਾਂ ਦਾ ਇੱਕੋ ਇੱਕ ਸੋਲੂਸ਼ਨ ਜੋ ਕਰਦਾ ਹੈ ਤੁਹਾਡੀ ਬਚਤ ਬਲੈਕ ਕਾਰਡਸ, ਗ੍ਰੀਨ ਕਾਰਡਸ ਤੇ ਲਾਇਬ੍ਰੇਰੀ ਵਿੱਚ। ਆਪਣੀ ਇੰਸ਼ੋਰੈਂਸ ਨੂੰ ਰੀਨਿਊ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਮਿਲੋ ਟੈਕਸੀ ਤੇ ਲੀਮੋਜ਼ੀਨ ਦੇ ਸਪੈਸ਼ਲਿਸਟ। ਮੈਡੀਲੀਅਨਸ ਲਈ ਫਾਈਨੈਂਸ ਫੈਸਿਲਿਟੀ ਵੀ ਅਵੇਲੇਬਲ ਹੈ। ਅਸੀਂ ਕਰਾਂਗੇ ਸੇਵ ਤੁਹਾਡੀ ਮਨੀ। ਕਿਸੇ ਵੀ ਜਾਣਕਾਰੀ ਲਈ ਕਾਲ ਕਰੋ 7183497610 ਤੇ ਕੰਟੈਕਟ ਕਰੋ ਫਰਵਰੀ 2014 ਦੀ ਇੰਡੀਵਿਜੂਅਲ ਮੈਡੇਲੀਅਨ ਆਕਸ਼ਨ ਲਈ। अरे हुजूर, सुबह सुबह इतना खूबसूरत तोहफा खास है। रसमलाई, वाह! देसी काजू के दानों से बनी दूध मलाई और मिठास हल्की सी। काजू कतली, बम्बई सलाई? नहीं अंकल जी, शामियाना मिठाई मेड इन अमेरिका। शामियाना मिठाई Made pure, made fresh, made here. जो भी पके ऐसा पके जहाँ भी जो हो खींचा चला आए MBH मसाले। किचन किंग हो या गरम मसाला, पाव भाजी या चंकी चाट मसाला, असली मसाले सच सच MBH। No sugar, no sugar. Pressure. शुक्र है लक्ष्मी लोअर GI वैल्यू बासमती राइस फॉर पीपल विद डायबिटीज आया है। अब दादाजी को थोड़ी तो वैरायटी मिलनी चाहिए ना खाने में। दादाजी! दाल चावल जैसी तो दुनिया में कोई चीज ही नहीं है। बस थोड़ी खीर भी मिल जाती तो। लक्ष्मी लोअर GI वैल्यू बासमती राइस है खास डायबिटिक्स के लिए। अब कम से कम लाइफ में खाने की खुशी मिलनी ही चाहिए ना। लक्ष्मी लोअर GI वैल्यू बासमती राइस खास तौर पर डायबिटिक्स के लिए। अरे तुमने मेरे हाथ के पकोड़े नहीं खाए। तुम अपने आशिकों को छोड़ हमें मौका दोगी तब ना। लक्ष्मी लक्ष्मी खांडवी तो मैं बनाती थी, स्पेशली गांव से देसी बेसन मंगवा कर। क्यों यहाँ का बेसन नहीं चलता? यहाँ के बेसन में वो बात कहाँ? पर ये तो लक्ष्मी है। इनको लक्ष्मी के बारे में बताने की जरूरत नहीं। लक्ष्मी बेसन कहाँ मिलता है? आंटी जी किसी भी इंडियन स्टोर में। लक्ष्मी बेसन Made pure, made fresh, made here. Nakshatra. Only at Raj Jewels, Bansal Group. मिराज बैंकेट हॉल एंड रेस्टोरेंट। वेडिंग होवे या बर्थडे पार्टी, मिराज है परफेक्ट हर सेलिब्रेशन ਲਈ। मिराज इंडियन क्यूजिन विद प्रॉपर सीटिंग फैसिलिटी। विजिटर्स ਲਈ प्राइवेट पार्किंग फैसिलिटी भी अवेलेबल है।
Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey and Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey and Associates now. ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇੰਕਲੂਡਿੰਗ ਅਸਾਈਲਮ, ਡਿਪੋਰਟੇਸ਼ਨ ਡਿਫੈਂਸ, ਫੈਮਿਲੀ, ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਓਲੇਸ਼ਨ, ਟੈਕਸੀ ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਈਵੋਰਸ ਕੇਸਿਸ, ਵਿਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 8888247227 ਅਤੇ 9177280049। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਭਾਰਤ ਇੱਕ ਸੈਕੂਲਰ ਮੁਲਕ ਹੈ। ਹਰ ਫਿਰਕੇ ਨੂੰ ਆਪਣੇ ਆਪਣੇ ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਹੈ। ਇੱਥੇ ਦੇ ਸੰਵਿਧਾਨ ਦੇ ਵਿੱਚ ਵੀ ਬਿਲਕੁਲ ਇਹੀ ਲਿਖਿਆ ਹੈ ਕਿ ਹਰ ਫਿਰਕਾ ਆਪਣੇ ਧਰਮ ਦੀ ਪਾਲਣਾ ਕਰ ਸਕਦਾ ਹੈ। ਬਲਕਿ ਕਈ ਵਾਰ ਇੱਕ ਗੱਲ ਬੜੀ ਮਹੱਤਵਪੂਰਨ ਜਿਹੜੀ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਜਦੋਂ ਕਨਸਟੀਟਿਊਸ਼ਨ ਸੰਵਿਧਾਨ ਜਦੋਂ ਬਣਾਇਆ ਜਾਂਦਾ ਜਾਂ ਕਾਨੂੰਨ ਪਾਸ ਕੀਤਾ ਜਾਂਦਾ ਉਸ ਦੇ ਵਿੱਚ ਆਮ ਤੌਰ ਦੇ ਉੱਤੇ ਵਿਆਖਿਆ ਨਹੀਂ ਕੀਤੀ ਜਾਂਦੀ ਕਿ ਇਸ ਦਾ ਮਤਲਬ ਕੀ ਹੋਏਗਾ। ਕਾਨੂੰਨ ਬਣਾ ਦਿੱਤਾ ਜਾਂਦਾ ਹੈ, ਕਨਸਟੀਟਿਊਸ਼ਨ ਪਾਸ ਕਰ ਦਿੱਤਾ ਜਾਂਦਾ ਹੈ, ਉਸ ਦੀ ਵਿਆਖਿਆ ਕਰਨੀ ਸੰਵਿਧਾਨ ਨਿਰਮਾਤਾ ਦਾ ਕੰਮ ਨਹੀਂ, ਸੰਵਿਧਾਨ ਬਣਾਉਣ ਵਾਲਿਆਂ ਦਾ ਕੰਮ ਨਹੀਂ, ਉਹ ਕੰਮ ਅਦਾਲਤਾਂ ਦਾ ਹੈ ਜਾਂ ਉਹ ਜਿਹੜੇ ਉਹਦੇ ਲੋਕ ਜਿਨ੍ਹਾਂ 'ਤੇ ਲਾਗੂ ਹੁੰਦਾ ਹੈ ਉਹ ਆਪਣੇ ਮਤਲਬ ਦੀ ਵਿਆਖਿਆ ਕਰਕੇ ਉਸ ਦਾ ਮਤਲਬ ਕੱਢਣ ਔਰ ਜੇ ਕੋਈ ਉਸ ਦੇ 'ਤੇ ਦੁਫੇੜ ਪੈਂਦਾ ਹੈ ਜਾਂ ਵਖਰੇਵਾਂ ਹੈ ਤਾਂ ਉਸ ਦਾ ਨਿਰਣਾ ਅਦਾਲਤਾਂ ਕਰਦੀਆਂ ਹਨ। ਪਰ ਭਾਰਤ ਦੇ ਸੰਵਿਧਾਨ ਦੇ ਵਿੱਚ ਬਹੁਤ ਹੀ ਕਮਾਲ ਦੀ ਇੱਕ ਕਲੌਜ਼ ਹੈ, ਉਹ ਇਹ ਹੈ ਕਿ ਜੇਕਰ ਹਰ ਫਿਰਕੇ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦਾ ਪੂਰਾ ਅਧਿਕਾਰ ਹੋਏਗਾ, ਹਰ ਫਿਰਕਾ ਆਪਣੇ ਧਰਮ ਦੀ ਪਾਲਣਾ ਕਰ ਸਕਦਾ ਹੈ। ਔਰ ਉਸ ਦੇ ਵਿੱਚ ਇੱਕ ਲਾਈਨ, ਇੱਕ ਐਕਸਪਲੇਨੇਸ਼ਨ ਲਿਖੀ ਹੈ। ਆਮ ਤੌਰ ਦੇ ਉੱਤੇ ਐਕਸਪਲੇਨੇਸ਼ਨ ਨਹੀਂ ਹੁੰਦੀ। ਉਹ ਐਕਸਪਲੇਨੇਸ਼ਨ ਇਹ ਲਿਖੀ ਹੈ, ਕੈਰਿੰਗ ਐਂਡ ਪੋਜੈਸਿੰਗ ਆਫ ਕਿਰਪਾਨਸ ਬਾਈ ਏ ਸਿੱਖ ਇਜ਼ ਹਿਜ਼ ਪ੍ਰੋਫੈਸਿੰਗ ਹਿਜ਼ ਰਿਲੀਜਨ। ਕਿਸੇ ਸਿੱਖ ਵੱਲੋਂ ਕਿਰਪਾਨਾਂ ਰੱਖਣੀਆਂ ਜਾਂ ਲਿਜਾਣੀਆਂ, ਧਾਰਨ ਕਰਨੀਆਂ, ਇਹ ਉਹ ਕੇਵਲ ਆਪਣੇ ਧਰਮ ਦੀ ਪਾਲਣਾ ਕਰ ਰਿਹਾ ਹੁੰਦਾ ਹੈ। ਇਹ ਸੰਵਿਧਾਨ ਦੀ ਧਾਰਾ 25(2)(b) ਜਿਹਦੇ ਵਿੱਚ ਸਿੱਖ ਹੋਂਦ ਨੂੰ ਇੱਥੇ ਤੱਕ ਉਸ ਦੀ ਵਿਆਖਿਆ ਕਰ ਦਿੱਤੀ ਗਈ ਕਿ ਉਹ ਜਦੋਂ ਵੀ ਕਿਰਪਾਨ ਰੱਖਦਾ ਹੈ ਉਹ ਆਪਣੇ ਧਰਮ ਦੀ ਪਾਲਣਾ ਕਰ ਰਿਹਾ ਹੁੰਦਾ ਹੈ। ਇਹ ਪੋਜ਼ਿਟਿਵ ਜੇਕਰ ਐਂਗਲ ਲੈ ਲਿਆ ਜਾਏ, ਪਰ ਫਿਰ ਵੀ ਕਿਉਂਕਿ ਇੱਥੋਂ ਦਾ ਮਾਈਂਡਸੈਟ ਕਈ ਦਫਾ ਜਾਣੇ ਵਿੱਚ ਜਾਂ ਅਣਜਾਣੇ ਵਿੱਚ ਬੜੀ ਜਿਹੜਾ ਕਿ ਆਪਣੇ ਪੱਖ ਦੇ ਵਿੱਚ ਔਰ ਇੱਕ ਸਿਧਾਂਤਕ ਪੱਖ ਦੇ ਵਿੱਚ ਕੰਮ ਕਰਨ ਵਾਲੀ ਹਿੰਦੂ ਜਥੇਬੰਦੀ ਰਾਸ਼ਟਰੀ ਸਵੈਮ ਸੇਵਕ ਸੰਘ, ਉਹਨਾਂ ਦੀ ਆਰਗੇਨਾਈਜੇਸ਼ਨ ਦਾ ਮੋਟੋ ਹੀ ਇਹੀ ਹੈ ਕਿ ਟੂ ਯੂਨਾਈਟ ਐਂਡ ਰੀਜੂਵਨੇਟ ਦ ਭਾਰਤ ਨੇਸ਼ਨ ਔਨ ਦੀ ਸਾਊਂਡ ਫਾਊਂਡੇਸ਼ਨ ਆਫ ਹਿੰਦੂ ਧਰਮਾ। ਬੜੀ ਅੱਛੀ ਗੱਲ ਹੈ। ਹਰ ਕਿਸੇ ਨੂੰ ਜੇਕਰ ਸਿੱਖ ਵੀ ਆਪਣੇ ਧਰਮ ਦੀ ਪਾਲਣਾ ਲਈ ਕੋਈ ਸੰਸਥਾ ਬਣਾਉਂਦੇ ਹੈ, ਪੰਥਕ ਮਸਲਿਆਂ ਲਈ ਬਣਾਉਂਦੇ ਹੈ ਤਾਂ ਕਾਨੂੰਨ ਉਸ ਦੀ ਇਜਾਜ਼ਤ ਦਿੰਦਾ ਹੈ।
सो RSS बनाई गई कि हिंदू धर्म दे भारत नेशन दे हिंदू धर्म दियां फाउंडेशन के मुताबिक चलाण दा उन्हां दा एक निशाना है। पर जदों फिर इस अधिकार नूं थोड़ा होर इनक्रोच करदियां होइयां जदों उन्होंने 24 नवंबर 1986 नूं साहिब श्री गुरु नानक देव जी महाराज के प्रकाश दिवस के उत्ते एक नवी संस्था बनाई, उसका नाम ही रखिया RSS राष्ट्री सिख संगत। हुण ये बिल्कुल सीधे तौर के उत्ते बहुत ही संखेप विच तुहाडे नाल गल करांगे और तुहाडे विचार लवांगे। इस विच 3 लफज हन, राष्ट्री, सिख अते संगत। ये 3 लफ्ज़ों का सुमेल दे के ये संस्था कायम की गई RSS के विधान के अधीन सिखां नूं अपने नाल जोड़न लई, और खास करके मध्य प्रदेश, राजस्थान अते होर थावां ते जिन्हां थावां दे उत्ते भारतीय जनता पार्टी दीयां सरकारां सी उत्थे इन्हां दीयां यूनिटां नूं चंगी तरह कायम किया गया, और पंजाब दे पिंडां दे विच भी इन्हां ने अपना प्रचार प्रसार जिहड़ा है वो जारी रखिया। कई दफ़ा कई इतराज़ भी होए। सब तो पहली गल तां यह है कि इस संस्था दे विच जिहड़ी इन्हां दी नियमावली है उहदे विच केवल एक अकाल पुरख या जिहड़ी सिख रहत मर्यादा के मुताबिक वो नियम नहीं, बल्कि देवी देवते अते होर आशना उपासना का सारा विधान लिखिया गया। सिख की परिभाषा जिहड़ी दिती गई है कि जो इस्त्री जां पुरुष एक अकाल पुरख 10 गुरु साहिबान गुरु नानक देव जी तो लैके गुरु गोबिंद सिंह जी तक श्री गुरु ग्रंथ साहिब अते 10 गुरु साहिबान की बाणी ते सिक्ख्या ते दशमेश जी के अमृत उत्ते निश्चय रखता है अते किसी होर धर्म नूं नहीं मनदा वो सिख है। ये सिख रहत मर्यादा की पहली धारा है जिसकी राष्ट्रीय सिख संगत उलंघना करती है। गुरमत की रहणी विच सिख रहत मर्यादा च लिखिया है, एक अकाल पुरख तो छुट किसी देवी देवते की उपासना नहीं करनी। अपना मुक्ति का दाता ते इष्ट केवल 10 गुरु साहिबान श्री गुरु ग्रंथ साहिब अते 10 गुरु साहिबान की बाणी नूं मनना अते खालसा सारे मतां तो न्यारा रहे पर किसी अन धर्मी का दिल ना दुखाए। मगर ये जिहड़ी संस्था है ये इस गल नूं प्रवान नहीं करती। सो फिर की राष्ट्रीय सिख संगत संस्था दे विच जिहड़ा सिख लफज है कि ये मनण वालियां नूं इस मुताबक सिख मन्निया जा सकता है। भारत के पार्लीमेंट ने भी एक एक्ट पास किया है, उहदे विच है सिख वो है द वन हू हैज़ नो अदर रिलीजन। सिख एक दा हो सकता है, 2 दा नहीं हो सकते। साहिब श्री गुरु अर्जन देव जी महाराज दे कोल सखी सरवरिया भाई मंझ आया सी और आके चरना ते डिग्गा, कहन लगा सतगुर सच्चे पातशाह मैनू भी सिक्खी दी दात बख्शो। हजूर ने पूछया तू की है? कहन लगा मैं सरवरिया हाँ। दरअसल पंजाब दे विच एक फिरका सी जिहड़े सरवरीए सन। हिंदू तो सीधा इस्लाम विच जाना थोड़ा औखा सी। ये विच विचाले दा रस्ता सी, जिहड़े कबरां भी पूज लैंदे सी, मड़ियां भी पूज लैंदे सी, मठां ते भी चले जांदे सी, उन्हां दे शीरनी और रोट भी लै लैंदे। ये मिलगोबा जिहा सी। सो वो कहन लगा जी मैं सरवरिया हाँ। तो हजूर ने कहा बहुत कमाल दी गल जिहड़ी कही कि भाई मंझ सिक्खी ते सिक्खी नहीं टिकदी। सिख एक दा हो सकता है, 2 दा नहीं हो सकता। जे कोई इमारत बनानी होए तो पहली जमीन पद्धरी करनी पैंदी है। इमारत दे उत्ते इमारत नहीं बनती, सिक्खी दे उत्ते सिक्खी नहीं टिकेगी। उसने इशारा समझ लिया और जाके उसने वो जड़ा स्थान सी टा ढेरी किया। फिर आया गुरु साहब कोल, हुण मैं सरवरिया नहीं रहा, हुण मैनू सिक्खी दी दात बख्शो। खैर उस तो बाद उहदे इन्ने करड़े इम्तिहान गुरु साहब ने लए कि उसकी चौधर भी जाती रही, सारा कुछ उहदा बर्बाद हो गया। अखीर जदों खूच डिग्गा गुरु साहब ने उसनू कढ़िया और उसनू कहा कि भाई मंझ तू मंग की मंगदा है? उसने इक्को बेनती की, सतगुर सच्चे पातशाह तुसी मैनू तो इन्ने करड़े इम्तिहानां च पाया, अगे तो किसी होर नूं इन्ने करड़े इम्तिहानां च ना पाना, बस यही मेरी बेनती है। हजूर ने कहा सी मंझ प्यारा गुरु दा गुर मंझ प्यारा आहे, मंझ गुरु दा बोए था जग लंघन हारा। ये एक असूल दिता।
ਹੁਣ ਰਾਸ਼ਟਰੀ ਸਿੱਖ ਸੰਗਤ ਦੀ ਇਹ ਜਿਹੜੀ ਸਿੱਖ ਦੀ ਪਰਿਭਾਸ਼ਾ ਦੇ ਵਿੱਚ ਇਹ ਨਹੀਂ ਆਉਂਦੇ। ਦੂਸਰੀ ਗੱਲ ਹੈ ਇਸ ਦੇ ਵਿੱਚ ਰਾਸ਼ਟਰੀ, ਦੂਜਾ ਮੁੱਖ ਲਫ਼ਜ਼ ਹੈ ਰਾਸ਼ਟਰੀ। ਅਸਲ ਵਿੱਚ ਇਹ ਬੜਾ ਹੀ ਭੁਲੇਖਾ ਪਾਊ ਸ਼ਬਦ ਹੈ। ਰਾਸ਼ਟਰ ਪਰਾਏਵਾਚੀ ਸ਼ਬਦ ਹੈ ਕੌਮ ਦਾ। ਜੇਕਰ ਸਿੱਖ ਖੁਦ ਹੀ ਕੌਮ ਹੈ ਤਾਂ ਫਿਰ ਰਾਸ਼ਟਰੀ ਸਿੱਖ ਜਾਂ ਕੌਮੀ ਸਿੱਖ ਕਹਿਣਾ ਇਹ ਅਰਥਹੀਣ ਹੈ। ਸਿੱਖ ਹੈ, ਹੁਣ ਉਹਨੂੰ ਰਾਸ਼ਟਰੀ ਸਿੱਖ ਕਹਿਣਾ, ਸਿੱਖ ਤਾਂ ਹੈ ਹੀ ਰਾਸ਼ਟਰ, ਇਹਨੂੰ ਫਿਰ ਰਾਸ਼ਟਰੀ ਸਿੱਖ ਕਹਿਣਾ, ਇਹ ਇੱਕ ਦੁਬਿਧਾ ਵਾਲੀ ਹਾਲਤ ਹੈ। ਦੂਸਰੀ ਗੱਲ, ਸਿੱਖ ਕਿਸੇ ਇੱਕ ਰਾਸ਼ਟਰ ਦਾ, ਇੱਕ ਇਲਾਕੇ ਦਾ ਨਹੀਂ ਹੈ, ਕਿਸੇ ਇੱਕ ਪਾਰਟਿਕੂਲਰ ਦਾ ਨਹੀਂ ਹੈ। ਸਿੱਖ ਤਾਂ ਗੁਰੂ ਦਾ ਵੀ ਨਾ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਬਣ ਜਾਂਦਾ ਹੈ। ਗੁਰੂ ਵੀ ਖਾਲਸੇ ਵਿੱਚ ਜਜ਼ਬ ਹੋ ਕੇ ਦੋਨੋਂ ਮਿਲ ਕੇ ਇਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਬਣ ਜਾਂਦੇ। ਇਹ ਹਮਸਫਰ ਹੋ ਜਾਂਦਾ ਹੈ। ਗੁਰੂ ਵੀ ਖਾਲਸੇ ਦਾ ਹਮਸਫਰ ਹੋ ਕੇ ਤੁਰਦਾ ਹੈ। ਸਿੱਖ ਵਾਹਿਗੁਰੂ ਦਾ ਹੈ, ਕਿਸੇ ਖਾਸ ਧੜੇ, ਫਿਰਕੇ, ਸਾਧ, ਸੰਤ, ਪਾਰਟੀ, ਡੇਰੇ, ਰਾਸ਼ਟਰ ਦਾ ਨਹੀਂ। ਇਹ ਤਾਂ ਵਾਹਿਗੁਰੂ ਜੀ ਕਾ ਖਾਲਸਾ ਹੈ। ਸੋ ਦੂਸਰਾ ਲਫ਼ਜ਼ ਜਿਹੜਾ ਰਾਸ਼ਟਰੀ ਸਿੱਖ ਸੰਗਤ ਦਾ, ਨਾ ਤਾਂ ਇਹ ਸਿੱਖ ਦੀ ਪਰਿਭਾਸ਼ਾ ਦੇ ਉੱਤੇ ਪੂਰੇ ਉਤਰ ਸਕਦੇ ਹਨ, ਨਾ ਰਾਸ਼ਟਰ ਦੀ ਪਰਿਭਾਸ਼ਾ ਦੇ। ਸਿੱਖ ਤਾਂ ਬਲਕਿ ਅੰਤਰਰਾਸ਼ਟਰੀ ਹੈ, ਜ਼ਿਮੀ-ਓ ਜ਼ਮਾਨ ਕੇ ਵਿਖੇ ਵਾਲੀ ਗੱਲ ਹੈ। ਹਰ ਸਾਰੇ ਸੰਸਾਰ ਦੇ ਵਿੱਚ ਇਹਨਾਂ ਦਾ ਫੈਲਾਅ ਹੈ। ਕਿਸੇ ਦੇਸ਼ ਦੇ ਸਿੱਖ ਨਹੀਂ ਹੋ ਸਕਦੇ। ਸਿੱਖ ਤਾਂ ਕੇਵਲ ਇੱਕ ਹੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ ਦੀ ਮੰਗ ਕਰਦਾ ਹੈ। ਸਾਰੇ ਸੰਸਾਰ ਦੇ ਸਿੱਖ ਇੱਕ ਝੰਡੇ ਥੱਲੇ ਹਨ। ਤੀਸਰਾ ਲਫ਼ਜ਼ ਹੈ ਸੰਗਤ। ਉਸ ਦੇ ਉੱਤੇ ਤੁਹਾਡੇ ਨਾਲ ਵਿਚਾਰ ਕਰਾਂਗੇ ਔਰ ਉਹਦੇ ਬਾਅਦ ਤੁਹਾਡੇ ਵਿਚਾਰ ਵੀ ਅਸੀਂ ਬੇਨਤੀ ਕਰਾਂਗੇ, ਪਰ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ। ਟੈਕਸ ਪ੍ਰੋਬਲਮ? नो प्रॉब्लम। ਕੰਪਿਊਟੈਕਸ INC आओ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ INC ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ। ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, MTA ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ INC ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। We cover all 50 states। ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 7183715555 7184265695। ਗਰੁੱਪ ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇਨਕਲੂਡਿੰਗ ਅਸਾਈਲਮ, ਡਿਪੋਰਟੇਸ਼ਨ, ਡਿਫੈਂਸ, ਫੈਮਿਲੀ, ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਓਲੇਸ਼ਨ, ਟੈਕਸੀ ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਈਵੋਰਸ ਕੇਸਿਸ, ਵਿਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 8888247227 ਅਤੇ 9177280049। Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey.
सफल बनाइए, आओ गुरु की काशी चलिए, अपना जीवन सफल बनाइए, अपना जीवन सफल बनाइए। शेर व्हाइट होल व्हीट आटा फाइबर वाला। शेर व्हाइट होल व्हीट आटा फाइबर वाला, हार्ट एंड स्ट्रोक फाउंडेशन और होल ग्रेन काउंसिल से अप्रूव। आपका हाजमा करे बढ़िया, कोलेस्ट्रॉल और वेट कंट्रोल में करे आपकी मदद और हार्ट डिजीज से आपको रखे सुरक्षित। शेर व्हाइट होल व्हीट आटा, शेर आटा घर लाओ। महाराजा क्वालिटी स्वीट्स एंड स्नैक्स न्यूयॉर्क विच प्योर वेजिटेरियन खाना, देसी घ्यो दियां मठाइयां, स्नैक्स ਅਤੇ पूरी छोले दे बादशाह साडी पछाण, खाने दे नाल नाल गाहकां दी पूरी तसल्ली है। ਅਸੀਂ केटरिंग भी करते हाँ। साडी शॉप महाराजा स्वीट 73/10 37th एवेन्यू जैक्सन हाइट्स विच है। और जानकारी दे लई कॉल कर सकते हो 7185052680। पप्पू स्वीट्स, वाह बई वाह। ਅਸੀਂ ਕਰਦੇ ਹਾਂ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਖਾਣੇ ਦੀ ਕੇਟਰਿੰਗ। ਮਿਠਾਈਆਂ 399 a pound. Always fresh buffet. Sitting capacity for 50 people. Occasion चाहे कोई भी होवे, याद रखो पप्पू स्वीट्स। For more information, call Pappu Sweets. We are located at major intersection, William Parkway, Cressler Drive. ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬੰਦੇ ਦਾ ਸਵਾਗਤ ਹੈ। ਅਸੀਂ RSS ਰਾਸ਼ਟਰੀ ਸਵੈਮ ਸੇਵਕ ਸੰਘ ਦੀ ਇੱਕ ਸਬਸਿਡਰੀ, ਉਹਨਾਂ ਦੀ ਇੱਕ ਸ਼ਾਖਾ ਰਾਸ਼ਟਰੀ ਸਿੱਖ ਸੰਗਤ, ਜਿਸ ਦਾ ਵੀ RSS ਹੀ ਐਬਰੀਵੀਏਸ਼ਨ ਹੈ, ਉਹਦੇ ਬਾਰੇ ਗੱਲ ਕਰ ਰਹੇ ਹਾਂ। ਸੋ ਤੁਸੀਂ ਵੇਖਿਆ ਹੈ ਕਿ ਕਿਵੇਂ ਸਿੱਖ ਪੰਥ ਦੀ ਪ੍ਰਵਾਨਤ, ਗੁਰੂ ਸਾਹਿਬ ਗੁਰਬਾਣੀ ਵੱਲੋਂ ਪ੍ਰਵਾਨਤ ਸਿੱਖ ਦੀ ਪਰਿਭਾਸ਼ਾ ਦੇ ਥੱਲੇ ਉਹ ਨਹੀਂ ਆ ਸਕਦੇ। ਰਾਸ਼ਟਰੀ ਵੀ ਜਿਹੜਾ ਹੈ ਮਿਸਨੋਮਰ ਹੈ, ਉਹਦੇ ਥੱਲੇ ਵੀ ਨਹੀਂ। ਤੀਸਰਾ ਲਫ਼ਜ਼ ਹੈ ਸੰਗਤ। ਸੰਗਤ ਦਾ ਅਰਥ ਹਰ ਭੀੜ ਦਾ ਨਾਮ ਸੰਗਤ ਨਹੀਂ ਹੈ। ਭੀੜ ਬਹੁਤ ਜਗ੍ਹਾ, ਬਾਜ਼ਾਰਾਂ ਵਿੱਚ ਬਹੁਤ ਭੀੜ ਹੈ, ਸਿਨੇਮਿਆਂ ਦੇ ਬਾਹਰ ਬਹੁਤ ਭੀੜ ਹੈ, ਹੋਰ ਕਾਫੀ ਜਗ੍ਹਾ ਹਜੂਮ ਹਨ। ਭਾਈ ਸਾਹਿਬ ਭਾਈ ਨੰਦ ਲਾਲ ਜੀ ਬਹੁਤ ਸੁੰਦਰ ਬਿਆਨ ਕਰਦੇ ਹਨ ਕਿ ਹਰ ਉਹ ਭੀੜ ਖੁਸ਼ਨੁਮਾ ਨਹੀਂ ਹੈ, ਹਰ ਭੀੜ ਚੰਗੀ ਨਹੀਂ ਹੈ, ਉਸ ਨੂੰ ਅੱਛੀ ਨਹੀਂ ਕਿਹਾ ਜਾ ਸਕਦਾ। ਆ ਹਜੂਮੇ ਖੁਸ਼ ਕਿ ਬਹਿਰੇ ਯਾਦ ਉਹ ਸਤ, ਉਹ ਭੀੜ ਚੰਗੀ ਹੈ ਜਿੱਥੇ ਰੱਬ ਦੇ ਨਾਮ ਦੀ ਗੱਲ ਹੋਏ। ਆ ਹਜੂਮੇ ਖੁਸ਼ ਕਿ ਹੱਕ ਬੁਨਿਆਦ ਉਹ ਸਤ, ਜਿੱਥੇ ਹੱਕ ਦੀ, ਰੱਬ ਦੀ ਸੱਚਾਈ ਦੀ ਗੱਲ ਹੋਏ। ਆ ਹਜੂਮੇ ਬਦ ਕੇ ਸ਼ੈਤਾਨੀ ਬਵਦ, ਆਕਬਤ ਅਜ਼ ਵੈ ਪਸ਼ੇਮਾਨੀ ਬਵਦ, ਜਿੱਥੇ ਸ਼ੈਤਾਨੀਅਤ ਦੀਆਂ ਗੱਲਾਂ ਹੋਣ, ਜਿੱਥੇ ਇਲਤਾਂ ਹੋਣ, ਉਸ ਨੂੰ ਭੀੜ ਨੂੰ ਸੰਗਤ ਨਹੀਂ ਕਿਹਾ ਜਾ ਸਕਦਾ। ਗੁਰਬਾਣੀ ਨੇ ਵੀ ਬਹੁਤ ਸਪਸ਼ਟ ਲਫ਼ਜ਼ਾਂ ਦੇ ਵਿੱਚ ਫਰਮਾਨ ਕੀਤਾ ਹੈ, ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ। ਹਰ ਉਹ ਇਕੱਠ ਜਿਹਦੇ ਵਿੱਚ ਕੇਵਲ ਔਰ ਕੇਵਲ ਔਰ ਕੇਵਲ ਇੱਕ ਅਕਾਲ ਪੁਰਖ ਦੀ ਗੱਲ ਕਰਕੇ ਉਸ ਦੇ ਬਾਰੇ ਅਗਰ ਕੋਈ ਗੱਲ ਕਰੇ ਤਾਂ ਉਹ ਸੰਗਤ ਹੈ। ਬਲਕਿ ਕਿਸੇ ਧੜੇ ਦੀ, ਕਿਸੇ ਰਾਜਨੀਤਿਕ ਪਾਰਟੀ ਦੀ, ਕਿਸੇ ਗਰੁੱਪ ਦੀ ਇਕੱਤਰਤਾ ਨੂੰ ਇਕੱਠਾ ਕਰਕੇ ਉਸ ਨੂੰ ਸੰਗਤ ਨਹੀਂ ਕਿਹਾ ਜਾ ਸਕਦਾ। ਇਸ ਸੰਗਤ ਦਾ ਜਿਹੜਾ ਮਿਸਯੂਜ਼ ਹੋ ਰਿਹਾ ਹੈ। ਤੀਸਰੀ ਔਰ ਅਹਿਮ ਗੱਲ ਬਹੁਤ ਹੀ ਮਹੱਤਵਪੂਰਨ ਹੈ ਕਿ ਰਾਸ਼ਟਰੀ ਸਿੱਖ ਸੰਗਤ ਜਾਂ RSS ਕੇਵਲ ਉਹਨਾਂ ਧਰਮਾਂ ਦੀ ਏਕਤਾ ਦੀ ਗੱਲ ਕਰਦਾ ਹੈ
ਜਿਨ੍ਹਾਂ ਦਾ ਜਨਮ ਹਿੰਦੁਸਤਾਨ ਵਿੱਚ ਹੋਇਆ। ਯਾਨੀ ਉਹ ਜੈਨ ਮਤ, ਬੁੱਧ ਮਤ, ਸਿੱਖ ਮਤ ਦੀ ਗੱਲ ਤਾਂ ਕਰਦੇ ਹਨ, ਪਰ ਈਸਾਈਅਤ ਔਰ ਇਸਲਾਮ ਨੂੰ ਇਹਦੇ ਵਿੱਚੋਂ ਬਰੀ ਕਰ ਦਿੰਦੇ ਹਨ, ਉਹਨਾਂ ਦੀ ਗੱਲ ਨਹੀਂ ਕਰਦੇ। ਪਰ ਗੁਰਮਤ ਦੇ ਸਿਧਾਂਤ ਦੇ ਮੁਤਾਬਕ ਇਹ ਪ੍ਰਵਾਨ ਨਹੀਂ। ਉਹ ਤਾਂ ਮਾਨਸ ਕੀ ਜਾਤ ਸਭੈ ਏਕੇ ਹੀ ਪਹਿਚਾਨਬੋ ਹੈ। ਗੁਰਮਤ ਦੇ ਸਿਧਾਂਤ ਦੇ ਮੁਤਾਬਕ ਮਨੁੱਖ ਮਾਤਰ ਭਾਵੇਂ ਕਿਸੇ ਵੀ ਇਲਾਕੇ ਦਾ, ਕਿਸੇ ਵੀ ਜ਼ਾਤ ਦਾ, ਕਿਧਰੇ ਦਾ ਵੀ ਹੈ, ਉਹ ਉਸ ਦੇ ਨਾਲ ਭਰਾਤਰੀ ਭਾਵ ਦੀ ਗੱਲ ਕੀਤੀ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇਹੀ ਗੱਲ ਕਹੀ, ਜਾਂ ਤੇ ਛੂਟ ਗਿਓ ਭ੍ਰਮ ਉਰਕਾ, ਤਿਸ ਆਗੇ ਹਿੰਦੂ ਕਿਆ ਤੁਰਕਾ। ਜਿਹਦੇ ਹਿਰਦੇ 'ਚੋਂ ਦਵੈਤ ਨਿਕਲ ਗਿਆ, ਉਸ ਦੇ ਅੱਗੇ ਕੋਈ ਵੈਰ ਵਿਰੋਧ ਨਹੀਂ, ਕੋਈ ਧਰਮ ਨਹੀਂ। ਹਰ ਇਨਸਾਨੀਅਤ ਦੇ ਕਿਸੇ ਵੀ ਫਿਰਕੇ ਦੇ ਉੱਤੇ ਕੋਈ ਜ਼ੁਲਮ ਹੋਏ, ਸਿੱਖ ਉਸ ਦੇ ਲਈ ਖੜਾ ਹੁੰਦਾ ਹੈ। ਬਾਬਰ ਦੇ ਹਮਲੇ ਵੇਲੇ ਜੋ ਜ਼ੁਲਮ ਹੋਇਆ, ਉਸ ਵੇਲੇ ਜਿਨ੍ਹਾਂ ਦੇ ਉੱਤੇ ਜ਼ੁਲਮ ਹੋਇਆ ਮਜ਼ਲੂਮ ਸਨ, ਉਹ ਮੁਸਲਮਾਨ ਔਰਤਾਂ ਸਨ। ਹਜ਼ੂਰ ਨੇ ਕਿਹਾ, ਮੁਸਲਮਾਨੀਆਂ ਪੜ੍ਹੇ ਕਤੇਬਾਂ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ। ਬਾਬਰ ਨੂੰ ਜ਼ਾਲਮ ਕਹਿ ਕੇ ਰਾਜੇ ਸ਼ੀਹ ਮੁਕੱਦਮ ਤੱਕ ਕਹਿ ਦਿੱਤਾ। ਪਰ ਫਿਰ ਦੁਬਾਰਾ ਹਾਲਾਤ ਬਦਲੇ। ਜਦੋਂ ਕਸ਼ਮੀਰ ਦੇ ਵਿੱਚ ਜੰਜੂ ਜਦੋਂ ਉਤਰਨੇ ਸ਼ੁਰੂ ਹੋਏ, ਤਾਂ ਉਸ ਵੇਲੇ ਗੁਰੂ ਸਾਹਿਬ ਨੇ ਆਪਣੇ ਸੀਸ ਦੀ ਕੁਰਬਾਨੀ ਦੇ ਦਿੱਤੀ। ਸੋ ਜਿਹੜੀ ਸਿੱਖ ਮਤ ਦੀ ਸੰਗਤ ਉਹ ਹੋ ਸਕਦੀ ਹੈ ਜਿਹੜੀ ਕੇਵਲ ਇੱਕ ਅਕਾਲ ਪੁਰਖ ਦੇ ਉਸ ਦੇ ਵਿੱਚ ਹੋਏ। ਇਸ ਦੇ ਵਿੱਚ ਏਕਤਾ, ਸਾਰੇ ਧਰਮਾਂ ਦੀ ਏਕਤਾ ਦੀ ਗੱਲ ਕਰਦੀ ਹੈ। ਇਸ ਦੇ ਵਿੱਚ ਰਾਸ਼ਟਰ ਉਹ ਹੈ ਜਿਹੜਾ ਅਕਾਲ ਪੁਰਖ ਦਾ ਹਲੀਮੀ ਰਾਜ ਹੋਏ, ਨਾ ਕਿ ਕਿਸੇ ਇਲਾਕੇ, ਕਿਸੇ ਦੇਸ਼ ਵਿਦੇਸ਼, ਕਿਸੇ ਵਿਸ਼ੇਸ਼ ਦੇਸ਼ ਦੇ ਵਿੱਚ ਵਸਣ ਵਾਲਿਆਂ ਦੀ ਏਕਤਾ ਦੀ ਗੱਲ ਨਹੀਂ ਕਰਦੀ। ਸੋ ਇਹ ਰਾਸ਼ਟਰੀ ਸਿੱਖ ਸੰਗਤ ਦਾ ਬੁਨਿਆਦੀ ਤੌਰ ਦੇ ਉੱਤੇ ਵਿਰੋਧ ਹੈ ਗੁਰਮਤ ਦੇ ਔਰ ਗੁਰਮਤ ਸਿਧਾਂਤਾਂ ਦੇ ਨਾਲ। ਇਸੇ ਲਈ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਦੇ ਬਾਰੇ 3 ਹੁਕਮਨਾਮੇ ਜਾਰੀ ਕੀਤੇ ਕਿ ਇਹ ਪੰਥ ਵਿਰੋਧੀ ਸੰਸਥਾ ਹੈ, ਇਹਨਾਂ ਦੇ ਕੋਲੋਂ ਖਬਰਦਾਰ ਰਹਿਣ ਦੀ ਲੋੜ ਹੈ। ਤੁਹਾਡੇ ਵਿਚਾਰਾਂ ਦੀ ਬੇਨਤੀ ਹੈ। ਹੈਲੋ ਹੈਲੋ ਹੈਲੋ, ਤੁਸੀਂ ਲਾਈਨ 'ਤੇ ਹੋ? ਜਿਹੜੇ ਦਰਸ਼ਕ ਫੋਨ ਕਰਦੇ ਹੈ, ਕਿਰਪਾ ਕਰਕੇ ਆਪਣੇ ਟੀਵੀ ਦੀ ਆਵਾਜ਼ ਬੰਦ ਕਰ ਦਿਆ ਕਰੋ ਤਾਂ ਕਿ ਅਸੀਂ ਤੁਹਾਨੂੰ ਤੁਹਾਡੀ ਗੱਲ ਨੂੰ ਸੁਣ ਸਕੀਏ, ਤੁਹਾਡੇ ਵਿਚਾਰ ਸਾਡੇ ਤੱਕ ਆ ਸਕਣ। ਹੈਲੋ ਹੈਲੋ ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਜੀ, ਪ੍ਰਗਟ ਸਿੰਘ ਬਲ ਬੋਲਦਾ ਜੀ। ਜੀ ਬਲ ਸਾਹਿਬ, ਜੀ ਆਇਆਂ ਨੂੰ। ਹਾਂਜੀ, ਹੁਕਮ ਕਰੋ ਪ੍ਰਗਟ ਸਿੰਘ ਜੀ। ਮਹਾਰਾਜ ਹੁਕਮ ਕੀ ਕਰਨਾ ਵਾ, ਜਿੰਨਾ ਵਿਸਤਾਰ ਨਾਲ ਤੁਸੀਂ ਦੱਸ ਦਿੰਦੇ ਜੇ, ਜਿੰਨਾ ਤੁਸੀਂ ਕੌਮ ਨੂੰ ਚਾਨਣਾ ਪਾ ਰਹੇ ਜੇ। ਮੇਰਾ ਖਿਆਲ ਮੈਨੂੰ ਵੀ ਆਪਣੀ ਲਾਈਫ 'ਚ ਪਹਿਲੀ ਵਾਰ ਹੀ ਸੁਣਨ ਦਾ ਮੌਕਾ ਮਿਲਿਆ ਵੀ ਆ ਜਿਹੜਾ ਦੱਸ ਰਹੇ ਜੇ ਜੀ ਜੀ ਸਿੱਖਾਂ ਦੀ ਵੀ RSS ਬਣੀ ਹੋਈ ਆ। ਜੀ 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 ਜੀ, ਤੇ ਬੜੀ ਵਧੀਆ ਗੱਲ ਹੈ, ਲੋਕਾਂ ਨੂੰ ਜਾਗਰੂਕ ਕਰਨ ਦੇ ਗੈਟ ਪੰਜਾਬੀ ਪ੍ਰੋਗਰਾਮ ਰਾਹੀਂ। ਜੀ ਜੀ ਜੀ, ਕੀ ਕਹੀਏ ਜੀ, ਇਹ ਹੁਣੇ ਮੁਕਤਸਰ ਦੀ ਧਰਤੀ ਤੇ ਗੁਰੂ ਮਹਾਰਾਜ 40 ਮੁਕਤਿਆਂ ਦਾ ਹੋ ਕੇ ਹਟਿਆ ਜੀ। ਜੀ ਜੀ, ਤੇ ਉੱਥੇ ਜਾਈਏ ਤੇ ਇੱਕ ਮੁਸਲਮਾਨ ਨੇ ਗੁਰੂ ਮਹਾਰਾਜਾਂ ਨਾਲ ਧੋਖਾ ਕੀਤਾ ਸੀ। ਤੇ ਅੱਜ ਵੀ ਉੱਥੇ ਉਹਦੀ ਕਬਰ ਨੂੰ ਛਿੱਤਰ ਮਾਰ ਕੇ ਸਿੱਖ ਜਾਂਦੇ ਆ। ਜੀ ਜੀ, ਉਹਦਾ ਮਕਸਦ ਕੋਈ ਇੰਨਾ ਵੱਡਾ ਨਹੀਂ, ਉਹ ਇਹੋ ਹੀ ਵੀ ਦੁਨੀਆ ਯਾਦ ਰੱਖੇ ਵੀ ਇਸ ਬੰਦੇ ਨੇ ਧੋਖਾ ਕੀਤਾ। ਠੀਕ ਹੈ ਠੀਕ ਹੈ, ਆਉਣ ਵਾਲੀ ਜਨਰੇਸ਼ਨ ਨੂੰ, ਬੱਚਿਆਂ ਨੂੰ ਯਾਦ ਰਹੂਗਾ ਵੀ ਇਹ ਵਾਕਈ ਕੌਮ ਦੇ ਇਹਨਾਂ ਨੇ ਧੋਖਾ ਕੀਤਾ ਤੇ ਇਹਨੂੰ ਬੁਰਾਈ ਨੂੰ ਅੱਗੇ ਲਿਜਾਇਆ ਜਾਏ। ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਬਲ ਸਾਹਿਬ। ਬੇਨਤੀ ਹੈ, ਜਿਹੜੀ ਸਿੱਖ ਦੀ ਅਰਦਾਸ ਵਿੱਚ ਅਸੀਂ ਜਿਹੜਾ ਇਤਿਹਾਸ ਦਾ ਬੜੇ ਸੰਖੇਪ ਰੂਪ ਵਿੱਚ ਦਿੰਦੇ ਹਾਂ, ਮਕਸਦ ਹੀ ਇਹੀ ਹੈ ਕਿ ਸਾਨੂੰ ਪਤਾ ਤੇ ਹੋਣਾ ਚਾਹੀਦਾ ਨਾ ਕਿ ਕੀ ਹੈ। ਜੇ ਪਤਾ ਹੀ ਨਾ ਹੋਏ ਤੇ ਅਸੀਂ ਫਿਰ ਅੱਗੇ ਬੰਨ ਨੂੰ ਕੀ ਬੰਨਾਂਗੇ ਤੇ ਅੱਗੇ ਕਾਰਵਾਈ ਕੀ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ। ਇਸੇ ਤਰ੍ਹਾਂ ਹੀ ਤੁਸੀਂ ਵੇਖੋ ਵੀ ਸਾਡੀ ਤੁਹਾਡੀ ਆਵਾਜ਼ ਕੱਟ ਗਈ ਹੈ। ਹੈਲੋ ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਮੈਂ ਖਾਲਸਾ, ਵਾਹਿਗੁਰੂ ਜੀ ਰਾਮਾ ਸਾਹਿਬ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਭਾਈ ਸਾਹਿਬ ਜੀ? ਮੈਂ ਸੁਰਿੰਦਰ ਸਿੰਘ ਬੋਲਦਾ, ਟ੍ਰੇਸੀ ਤੋਂ, ਕੈਲੀਫੋਰਨੀਆ ਤੋਂ ਜੀ। ਹਾਂਜੀ ਹਾਂਜੀ, ਸੁਰਿੰਦਰ ਸਿੰਘ ਜੀ, ਜੀ ਆਇਆਂ ਨੂੰ। ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹੁਕਮ
ਇਹ ਹੈ ਜੀ ਜਿਹੜਾ ਸਿੱਖ ਆ ਉਹ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਵਕੀਲ ਹੀ ਹੋਣਾ ਚਾਹੀਦਾ ਹੈ। ਬਿਲਕੁਲ ਬਿਲਕੁਲ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰੇ ਦੇਖੋ ਕਿੱਥੋਂ ਕਿੱਥੋਂ ਭਗਤ ਮਹਾਰਾਜ ਨੇ ਲਿਆਂਦੇ। ਜੀ 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 ਜੀ। ਇਸ ਗੱਲ ਨੂੰ ਅਸੀਂ ਨਹੀਂ ਵੀ ਮੰਨਦੇ, ਉਹ ਗੱਲਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਵਾਨ ਕੀਤੀਆਂ ਉਹਨਾਂ ਭਗਤਾਂ ਦੀਆਂ। ਬਿਲਕੁਲ ਕੀਤੀਆਂ। ਕੋਈ ਦੇਖੋ ਜਿਹੜੇ ਹਵਾਲੇ ਦਿੱਤੇ ਗੁਰੂ ਸਾਹਿਬ ਨੇ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪੋ ਹਰ ਜੈਸੇ। ਹੁਣ ਧਰੂ ਪ੍ਰਹਿਲਾਦ ਤੇ ਪ੍ਰੀ ਪੌਰਾਣਿਕ ਹੈਗੇ, ਉਹ ਪਤਾ ਹੀ ਨਹੀਂ ਪ੍ਰੀ ਹਿਸਟੋਰਿਕ ਹੈਗੇ ਹੈ, ਪਰ ਗੁਰੂ ਸਾਹਿਬ ਨੇ ਸਭ ਨੂੰ ਪ੍ਰਵਾਨ ਕੀਤਾ। ਜਿੱਥ ਦੁਆਰੇ ਉਭਰੇ ਤੇਤੇ ਲਿਓ ਬਾਹਰ। ਜਿਹੜਾ ਖਾਲਸਾ ਬੇਕੀਨਾ ਦਾ ਅਰਥ ਹੁੰਦਾ ਹੈ ਜਿਹਦੇ 'ਚ ਕਿਸੇ ਪ੍ਰਤੀ ਵਿਰੋਧ ਨਾ ਹੋਏ, ਉਹ ਖਾਲਸਾ ਹੋ ਸਕਦਾ। ਜਿਹਦੇ ਅੰਦਰ ਰੱਜਕ ਮਾਤਰ ਵੀ ਕਿਸੇ ਦੇ ਪ੍ਰਤੀ ਵਿਰੋਧ ਹੈ, ਉਹ ਸਿੱਖ ਨਹੀਂ ਹੋ ਸਕਦਾ। ਜੀ ਬਿਲਕੁਲ ਜੀ ਜੀ, ਬਹੁਤ ਬਹੁਤ ਧੰਨਵਾਦ ਬਾਬਾ ਫਰੀਦ ਜੀ ਦੀ ਬਾਣੀ, ਬਾਬਾ ਕਬੀਰ ਜੀ ਦੀ ਬਾਣੀ। ਬਾਕੀ ਹੁਣ ਮੁਸਲਮਾਨਾਂ ਦੀ ਗੱਲ ਕਰਦੇ, ਸਾਰੀਆਂ ਕੌਮਾਂ ਦੇ ਬੰਦੇ ਮਾੜੇ ਹੁੰਦੇ, ਕੌਮਾਂ ਨਹੀਂ ਮਾੜੀਆਂ ਹੁੰਦੀਆਂ। ਲੰਬਾ ਸਾਹਿਬ ਠੀਕ ਹੈ ਜੀ, ਠੀਕ ਹੈ ਭਾਈ ਸਾਹਿਬ, ਬਹੁਤ ਬਹੁਤ ਧੰਨਵਾਦ। ਮੁਸਲਮਾਨ ਜਿੰਨੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਸਲਮਾਨਾਂ ਬੰਦਿਆਂ ਨੇ ਮਦਦ ਕੀਤੀ ਹੈ ਨਾ, ਉਨੀ ਹੋਰ ਕਿਸੇ ਨੇ ਕੀਤੀ ਨਹੀਂ। ਨਹੀਂ, ਸਾਰਿਆਂ ਨੇ ਕੀਤੀ ਹੈ ਜੀ, ਐਸੀ ਗੱਲ ਕੋਈ ਨਹੀਂ। ਤੇ ਬਹੁਤ ਧੰਨਵਾਦ ਤੁਹਾਡਾ। ਹੈਲੋ, ਹਾਂਜੀ ਪਿਆਰ ਸਿੰਘ ਬੋਲਦਾ ਜੀ। ਹਾਂਜੀ 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 ਜੀ, ਆਇਆਂ ਨੂੰ ਹੁਕਮ ਕਰੋ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕੀ ਆਪ ਜੀ ਨੇ ਇਹ ਖਾਲਸਾ ਜੀ ਦੇ ਬਾਰੇ ਜੀ ਮੈਂ ਬੋਲਣਾ ਚਾਹਨਾ। ਹਾਂਜੀ, ਦਸਮ ਪਾਤਸ਼ਾਹ ਜੀ ਨੇ ਵਿਸਾਖੀ 1699 ਨੂੰ ਸਿੱਖ ਸਮੂਹ ਨੂੰ ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ ਜੀ। ਇਤਿਹਾਸਕ ਤੱਥ ਅਨੁਸਾਰ ਖਾਲਸਾ ਅਥਵਾ ਸਿੱਖ ਸਿੰਘ ਇੱਕੋ ਵਿਅਕਤੀ ਹਸਤੀ ਹੈ। ਜੀ 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 जी। खालसा अकाल पुरख की फौज, प्रगट खालसा परमात्मा की मौज लिखित रूप में सादा इतिहास है। जी 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 जी। आज सिख सिंह खालसा जो गुरु दसवें पातशाह जी तक दसवें पातशाहियों के नक्शे कदम ते गुरु साहिबान के दर्शाए मार्ग ते इंटरनेशनल लैवल ते वो सारी धरती के कोने कोने ते वो सेवा कर रहा है। वो वसनीक है, वो सारी मनुखता का सेवक है, वो सारी मनुखता का जो है वो साथी है। जी जी, बहुत बहुत धन्यवाद सा प्यारा सिंह। किसी एक राष्ट्र का नहीं ठीक कर दिए। ठीक है, बहुत बहुत धन्यवाद। जे कोई नागपुर बैठा कोई गलियां दे विच आखे भी ये कोई RSY है तो वो RSS उसे नागपुर की गली का हो सकता है। हाँ जी हाँ जी, ठीक है। गुरु खालसा उसका कोई संबंध नहीं। ठीक है ठीक है, क्योंकि उन्होंने गुरु संगत की नहीं खालसा विच जो विश्वास ही नहीं है। हाँ जी हाँ जी, ठीक है, उत्थे रवे। ठीक है ठीक है। प्यारा सिंह जी, ਤੁਹਾਡਾ ਸੁਨੇਹਾ ਬਹੁਤ ਧੰਨਵਾਦ। ਤੁਹਾਡਾ ਪੈਗਾਮ ਦੇਣ ਲਈ ਤੁਹਾਡਾ ਸੁਨੇਹਾ ਸਾਰੀ ਜਗ੍ਹਾ ਗਿਆ। ਹੈਲੋ, ਕੌਣ ਬੋਲ ਰਹੇ ਜੀ? ਹੈਲੋ, ਸਤਿ ਸ਼੍ਰੀ ਅਕਾਲ ਅੰਬਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸੁਣ ਕੇ ਤੇ ਮੈਂ ਆਪ ਵੀ ਤੇ ਦਿਮਾਗ ਵੀ ਸਟੈਂਡ ਸਟਿਲ ਹੀ ਹੋ ਗਿਆ। ਪਰ ਇਹ ਲੰਬਾ ਸਾਹਿਬ, ਸਵਾਰਥੀ ਸਮਾਜ ਵਿੱਚ ਰਹਿਣਾ ਬੜਾ ਹੀ ਮੁਸ਼ਕਿਲ ਹੁੰਦਾ ਹੈਗਾ। ਇਹ ਮੁੱਦਾ ਕਿਉਂ ਉੱਠਿਆ? ਹਾਂਜੀ, ਕਿ ਜਦੋਂ ਸਿੱਖਾਂ ਨੂੰ ਆਪਣੀ ਹਸਤੀ ਦੀ ਹੋਂਦ ਦਾ ਖਤਰਾ ਪੈਦਾ ਹੋਇਆ। ਜੀ ਜੀ ਜੀ। हम ते सबको मीत हम आपन कीना, हम सबना के साजन हैं, ना हम हिंदू ना मुसलमान हैं। जिस तरह के हमरा झगड़ा रहा, ना कोई पंडित मुल्ला छाड़े दो। हाँ जी, छाड़े दो। हाँ जी। ਇਹ ਸਿੱਖ ਹਸਤੀ ਉਦੋਂ ਹੀ ਜਦੋਂ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੈਂ ਆਪਣਾ ਸੁੱਤ ਤੋਂ ਹੀ ਨਵਾਜਾ ਕਹਿ ਕੇ ਇਸ ਜਗਤ ਵਿੱਚ ਭੇਜਿਆ ਸੀ, ਇੱਕ ਐਸਾ ਨਿਰਾਲਾ ਪੰਥ ਸਾਜਣ ਵਾਸਤੇ। ਤੇ ਇਹਨਾਂ ਹਿੰਦੂਆਂ ਦੇ ਨਾਲ ਸਾਡਾ ਕੋਈ ਚੀਜ਼ ਵੀ ਨਹੀਂ ਰਲਦੀ। ਨਾ ਧਰਮ ਗ੍ਰੰਥ ਰਲਦੇ ਆ, ਨਾ ਤੀਰਥ ਰੱਖਦੇ ਆ, ਨਾ ਪ੍ਰਿਯ ਸਥਾਨ ਰੱਖਦੇ ਆ, ਨਾ ਪੂਜਾ ਰੱਖਦੀ ਆ। ਇਹ ਪੂਰਬ ਨੂੰ ਕਰਕੇ ਪੂਜਾ ਕਰਦੇ ਆ ਸਿੱਖ ਚਾਰੇ ਪਾਸਿਆਂ ਨੂੰ ਤਰਫ ਨੂੰ। ਨਾ ਇਹਨਾਂ ਦੇ ਸੰਧਿਆ ਕਰਮ, ਨਾ ਇਹਨਾਂ ਦਾ ਕੋਈ ਸੰਸਕਾਰ ਰਲਦਾ ਹੈਗਾ। ਜਿਵੇਂ ਜਨੇਊ ਮੁੰਡਨ ਕਰਦੇ ਆ ਸਿੱਖ, ਸਿਰਫ ਅੰਮ੍ਰਿਤ ਛਕਦੇ ਆ। ਇਹਨਾਂ ਦੇ ਚਿੰਨ੍ਹ ਵੀ ਵੱਖਰੇ ਆ, ਤਿਲਕ ਮਾਲਾ ਜਨੇਊ ਧੋਤੀਆਂ ਸਭ ਵੱਖਰੇ ਹੈਗੇ। ਸਿੱਖਾਂ ਦੇ ਆਪਣੇ ਦਾ ਲਿਬਾਸ ਹੈ, ਕੇਸ ਕਿਰਪਾਨ ਭਾਵ ਸਾਰੇ ਕਕਾਰਾਂ ਦਾ। ਇਹਨਾਂ ਦੇ ਜਿਹੜੇ ਦਿਨ ਦਿਹਾੜ ਉਹ ਵੀ ਗੁਰਪੁਰਬ ਵੀ ਆਪੋ ਆਪਣੇ ਹੈਗੇ ਆ। ਤੇ ਇਹ ਬੜੀਆਂ ਵਰਤਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਸਿੱਖ ਯਕੀਨ ਨਹੀਂ ਰੱਖਦਾ, ਜਿਨ੍ਹਾਂ ਦੇ ਵਿੱਚ ਇਹ ਰੱਖਦੇ ਹੈਗੇ ਆ। ਇਹ ਪੂਜਾ ਮੂਰਤੀ ਦੀ ਪੂਜਾ ਕਰਦੇ। ਅੱਜ ਇਹਨਾਂ ਦੀ ਸੰਤਾਨ ਜਿਹੜੀ ਇੱਥੇ ਆ ਨਾ ਜੀ ਲਾਂਬਾ ਸਾਹਿਬ, ਉਹ ਵੀ ਇਹਨਾਂ ਨੂੰ ਇਹ ਕਹਿਣ ਲੱਗ ਪਈ ਆ ਕਿ ਅਸੀਂ ਨਹੀਂ ਮੰਦਿਰ ਜਾਣਾ, ਤੁਹਾਡੇ ਕਿੰਨੇ ਕੁ ਗੋਡ ਹੈਗੇ ਆ। ਬਹੁਤ ਬਹੁਤ ਤੁਹਾਡਾ ਧੰਨਵਾਦ। ਪਰ ਇੱਕ ਗੱਲ ਮੈਂ ਜ਼ਰੂਰ ਬੇਨਤੀ ਕਰਨੀ ਚਾਹਾਂਗਾ ਕਿ ਇਹੀ ਜਿਹੜੇ ਚਿੰਨ੍ਹ ਹੈਗੇ ਹੈ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ, ਇਹਨਾਂ ਦੀ ਖਾਤਰ ਹੀ ਗੁਰੂ ਸਾਹਿਬ ਨੇ ਆਪਣੀ ਜਾਨ ਤੱਕ ਵੀ ਕੁਰਬਾਨ ਕਰ ਦਿੱਤੀ ਸੀ। ਇਹ ਬਹੁਤ ਵੱਡੀ ਗੱਲ ਹੈਗੀ ਹੈ ਕਿ ਕਿਸੇ ਦਾ ਵਿਰੋਧ ਨਹੀਂ ਹੈ। ਸਿਰਫ ਗੱਲ ਇੰਨੀ ਕੁ ਹੈ
ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਦੋਂ ਪੁੱਛਿਆ ਸੀ ਉਹਦੇ ਬਹਾਦਰ ਸ਼ਾਹ ਦੇ ਪੀਰ ਨੇ ਕਿ ਪੀਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ ਪੀਰ ਮਜ਼ਹਬ ਤੁਮਾਰਾ ਖੂਬ ਕਿ ਹਮਾਰਾ ਖੂਬ, ਤਾਂ ਉਹਨਾਂ ਨੇ ਕਿਹਾ ਸੀ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ। ਭਾਵੇਂ ਕਿਸੇ ਦੇ ਕੋਈ ਵਿਚਾਰ ਹੈ ਗੁਰਮਤਿ ਦੇ ਸਿਧਾਂਤ ਮੁਤਾਬਕ ਉਹਨਾਂ ਨੂੰ ਆਪਣੇ ਆਪ ਉਹਨਾਂ ਵਿਚਾਰਾਂ 'ਤੇ ਚੱਲਣ ਦਾ ਹੱਕ ਹੈ, ਪਰ ਸਾਡਾ ਵੀ ਹੱਕ ਹੈ ਕਿ ਅਸੀਂ ਵੀ ਆਪਣੇ ਆਪ ਨੂੰ ਗੁਰੂ ਦਾ ਸਿੱਖ ਅਖਵਾ ਕੇ ਆਪਣਾ ਜੀਵਨ ਜਾਂਚ ਵਿੱਚ ਰਹੀਏ। ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ ਹੈਲੋ, ਉਹ ਮੇਰਾ ਨਾ ਬਾਲੀ ਬੋਲਦਾ ਸੀ, ਮੇਰਾ ਕੱਟਿਆ ਗਿਆ ਸੀ। ਨਹੀਂ ਮੈਂ ਕਰਤਾ, ਮੈਂ ਹੋਰ ਕਿਸੇ ਦਾ ਲੈ ਲਵਾਂ ਜੇ ਇਜਾਜ਼ਤ ਹੋਏ। ਤੁਹਾਡਾ ਕਾਫੀ ਮੇਰੀ ਉਹ ਗੱਲ ਪੂਰੀ ਹੋ ਲੈਣ ਦਿਓ ਜੀ। ਦੱਸੋ ਕੀ ਕਹਿਣਾ ਸੰਖੇਪ ਵਿੱਚ, ਬਹੁਤ ਸੰਖੇਪ ਵਿੱਚ, ਮੈਨੂੰ ਬ੍ਰੇਕ ਲੈਣੀ ਪੈਣੀ ਹੈ ਜੀ। ਮੈਂ ਮੁਸਲਮਾਨਾਂ ਦੇ ਐਂਟੀ ਨਹੀਂ ਕੀਤੀ, ਉਹ ਨਵਾਜ਼ ਮਲੇਰਕੋਟਲਾ ਵੀ ਮੁਸਲਮਾਨ ਹੀ, ਮੀਆਂ ਮੀਰ ਜੀ ਜਿੰਨਾ ਸ੍ਰੀ ਹਰਿਮੰਦਰ ਸਾਹਿਬ ਦੀ ਨਹੀਂ ਰੱਖੀ ਉਹ ਵੀ ਬਿਲਕੁਲ। ਇਹ ਅਸੀਂ ਬੜੀ ਵਾਰੀ ਕਰ ਚੁੱਕੇ ਹਾਂ। ਇੱਕ ਸਮਾਂ ਹੈ ਇੱਕ ਵਕਫੇ ਦਾ, ਤੇ ਬੇਨਤੀ ਹੈ ਇਜਾਜ਼ਤ ਦਿਓ। ਤੇ ਬਿਲਕੁਲ ਤੁਹਾਡਾ ਜਿਹੜਾ ਸੁਨੇਹਾ ਹੈ ਅਸੀਂ ਦੁਹਰਾ ਵੀ ਚੁੱਕੇ ਹਾਂ ਔਰ ਤੁਹਾਡੇ ਨਾਲ ਅਸੀਂ ਸਹਿਮਤ ਹਾਂ। ਗੁਰੂ ਸਾਹਿਬ ਦੇ ਨਾਲ ਸਾਰੇ ਸਣ, ਹਰ ਕਿਸੇ ਨੇ ਗੁਰੂ ਸਾਹਿਬ ਦੇ ਨਾਲ, ਜੇ ਮੋਤੀ ਰਾਮ ਮਹਿਰਾ ਹੈ ਨਾਲ ਤਾਂ ਨਾਲ ਗੁਰੂ ਸਾਹਿਬ ਦੇ ਮਲੇਰਕੋਟਲੇ ਦਾ ਨਵਾਬ ਵੀ ਖੜਾ ਹੈ। ਹਰ ਇਨਸਾਫ ਪਸੰਦ ਜਿਹੜਾ ਵਿਅਕਤੀ ਸੀ ਉਹ ਗੁਰੂ ਸਾਹਿਬ ਦੇ ਨਾਲ ਖੜਾ ਹੈ। ਬਹੁਤ ਬਹੁਤ ਧੰਨਵਾਦ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਨੇ ਆ। ਤੁਸੀਂ ਆਪਣੇ ਵਿਚਾਰ ਜ਼ਰੂਰ दर्ज कराओ। हाथों की अपनी दास्तां होती है, कभी सृष्टि तो कभी विनाश, ये देखती है। कभी ये सहारा तो कभी विश्वास, सदियों से ये खिलाए पीढ़ियों को निवाला। और हर निवाले में हो शक्ति भोग आटा। जब हाथों से खिलानी है 2 वक्त की रोटी तो वो जरूर हो शक्ति भोग आटे से बनी। अपने देश का नंबर 1 आटा। कुनाल ज्वेलर दे गहने, वाह पई वाह क्या कहने, गहनियां नाल भर ले जाओ, घरवाली नूं हूर बनाओ। कुनाल ज्वेलर ते आओ, गहनियां नाल सज तज के बागो बाग हो जाओ। असी तुहाडी पसंद दे 22 ਅਤੇ 24 कैरेट दे कड़े, चेन, कोइंस, डायमंड कट बैंगल्स ऑर्डर ते तैयार करदे हां। गहनियां दी रिपेयर भी ਇੱਥੇ ਹੀ ਕਰਦੇ ਹਾਂ। ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ। ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 7184787200। याद रखो कुनाल ज्वेलर 37-08 74 स्ट्रीट जैक्सन हाइट्स न्यूयॉर्क। चाय? ये सब तुम शाही पुलाव के लिए कर रहे हो ना? बना दो ना प्लीज। 49 साल से रोज यही तो खा रहे हो। श्री लाल महल है तो 49 साल कट गए, वरना 49 दिन भी काटने मुश्किल होते। जाओ, नहीं बनाती मैं तुम्हारा शाही पुलाव। बना दो ना प्लीज डार्लिंग। 49 के 50 भी तो करने हैं। गोल्डन जुबिली मनानी है ना। खुशबूदार लंबे दाने वाला श्री लाल महल एम्पायर बासमती राइस। दादी वाओ, शाही पुलाव। लगता है इस बार दादाजी अपनी एनिवर्सरी नहीं भूले। क्यों? बिल्कुल नहीं भूला। श्री लाल महल एम्पायर बासमती राइस, खिले खिले दाने, खिले खिले आप। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਜਦੋਂ ਸਿੱਖ ਸਿੱਖੀ ਦੇ ਵਿੱਚ ਸ਼ਾਮਲ ਹੁੰਦਾ ਉਸ ਨੂੰ ਗੁਰੂ ਦੀਕਸ਼ਾ ਜਿਹੜੀ ਦਿੱਤੀ ਜਾਂਦੀ ਉਸ ਵਿੱਚ ਇਹੀ ਦੁਹਰਾਇਆ ਜਾਂਦਾ ਹੈ, ਸਤਿਗੁਰ ਕੇ ਜਨਮੇ ਗਵਨ ਮਿਟਾਇਆ, ਤੇਰਾ ਪਿਛਲਾ ਕੁਲ ਨਾਸ ਧਰਮ ਨਾਸ ਜਾਤ ਨਾਸ ਸਭ ਖਤਮ ਹੈ, ਅੱਜ ਤੋਂ ਬਾਅਦ ਤੇਰਾ ਜਨਮ ਸਤਿਗੁਰੂ ਦੇ ਘਰ ਹੋ ਗਿਆ ਹੈ। ਸੋ ਇਹ ਖਾਲਸਾ ਅਕਾਲ ਪੁਰਖ ਦਾ ਹੈ, ਕਿਸੇ ਵਿਅਕਤੀ ਦਾ, ਕਿਸੇ ਵਿਸ਼ੇਸ਼ ਰਾਸ਼ਟਰ ਦਾ, ਕਿਸੇ ਹੋਰ ਦਾ ਉਪਾਸ਼ਕ ਨਹੀਂ ਹੋ ਸਕਦਾ। जागत जोत जपे निस्बासर एक बिना मन नैक न आने, या पाए गहे जपते तुमरे तपते कहूँ आँख तरह नहीं आन्यो, राम रहीम पुराण कुरान अनेक कहें मत एक न मान्यो,
सिमरत शास्त्र वेद सब है बहु भेद कहे हम एक न जान्यो सिरी असपान कृपा तुमरी कर मैं न कहो सब तोहे बखान्यो दा उपासक है। ਤੁਹਾਡੇ विचार। हेलो सत श्री अकाल जी। सत श्री अकाल, कौन बोल रहे भाई साहब? मैं लांबा साहब ਨਾਲ ਗੱਲ ਕਰਨੀ ਜੀ। बोल रहे हैं जी, मैं कौन बोल रहे? मैं कुलविंदर सिंह बोलदा जी, कनाडा तो सरी तो। जी भाई साहब हुक्म करो। हुक्म ਤਾਂ नहीं जी, विषय बारे तो ਤੁਸੀਂ ਬਿਲਕੁਲ ਪਹਿਲਾਂ ਵਿਸਥਾਰ ਨਾਲ ਦੱਸ ਹੀ ਦਿੱਤਾ ਹੈ ਜੀ। ਤੇ ਮੇਰੀ ਬੇਨਤੀ ਇਹ ਹੈ, ਚੋਰ ਉਸ ਘਰ 'ਚ ਦਾਖਲ ਹੁੰਦੇ ਜਿੱਥੇ ਕੁਝ ਹੋਵੇ ਜੀ, ਤੇ ਕਾਮਯਾਬ ਉਹ ਉੱਥੇ ਹੋ ਜਾਂਦੇ ਜਿੱਥੇ ਘਰ ਵਾਲੇ ਸੁੱਤੇ ਰਹਿਣ। ਬਿਲਕੁਲ ਠੀਕ, ਬਿਲकुल सही गल है। ਤੇ ਇਸ ਬਾਰੇ ਪਹਿਲਾਂ ਵੀ ਬਹੁਤ ਵਾਰੀ ਤੁਸੀਂ ਦੱਸ ਚੁੱਕੇ ਹੋ ਜੀ। ਮੈਂ ਬੇਨਤੀ ਸਿਰਫ ਇਹੀ ਕਰਨਾ ਜਿਹਨੇ ਸਾਰਿਆਂ ਨਾਲੋਂ ਵੱਡਾ ਕਸੂਰ ਤੇ ਸਾਡਾ ਲੋਕਾਂ ਨੂੰ ਜਾਂ ਸਿੱਖਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਦਾ ਵੀ ਇਹ ਗੁਰੂ ਘਰ ਹੈ ਕਿ ਗੁਰੂ ਦਰ ਹੈ। ਜੀ ਜੀ ਬਿਲकुल 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 ਠੀਕ ਹੈ। ਮੈਂ ਜੇ ਗਲਤ ਨਹੀਂ ਕਹਿ ਰਿਹਾ ਤੇ ਵੈਸੇ 50% ਤਾਂ ਬਿਲਕੁਲ ਠੀਕ ਹੋਵਾਂਗਾ। 95% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਗੁਰਦੁਆਰੇ ਆਏ ਕਾਹਦੇ ਲਈ ਹੈ। ਜੀ 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 ਆਉਣ ਦਾ ਕਾਰਨ ਕੀ ਹੈ। ਜੀ ਦੂਜਿਆਂ ਨੂੰ ਦੋਸ਼ ਤਾਂ ਅਸੀਂ ਤਾਂ ਦੇਵਾਂਗੇ ਜੇ ਅਸੀਂ ਆਪ ਠੀਕ ਹੋਵਾਂਗੇ। ਠੀਕ ਹੈ, ਠੀਕ ਹੈ, ਬਹੁਤ ਬਹੁਤ ਜੀ ਜੀ। ਮੇਰੀ ਇੱਕ ਲਾਸਟ ਬੇਨਤੀ ਇਹ ਹੈ ਵੀ ਜੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਇੱਕ ਵਾਰੀ ਮਸਕੀਨ ਹੋਣਾ ਦੀ ਉਹ ਕਿਤਾਬ ਜਿਹੜੀ ਉਹਨਾਂ ਨੇ 20-25 ਸਾਲ ਪਹਿਲਾਂ ਲਿਖੀ ਸੀ ਨਾ ਜੀ, ਗੁਰਦੁਆਰੇ ਦੇਸ਼ ਵਿਦੇਸ਼ ਦੇ ਗੁਰਦੁਆਰੇ ਤੇ ਪ੍ਰਬੰਧਕ ਢਾਂਚਾ, ਉਹ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ। ਠੀਕ ਹੈ, ਅਸੀਂ ਉਹਦੇ ਤੇ ਜ਼ਰੂਰ ਵਿਸਥਾਰ ਸਹਿਤ ਕਿਸੇ ਵੇਲੇ ਉਹਦੀ ਵਿਆਖਿਆ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਬਹੁਤ ਤੁਹਾਡਾ। ਹਾਂਜੀ, ਕੌਣ ਬੋਲ ਰਹੇ ਜੀ? ਲਾਂਬਾ ਸਾਹਿਬ ਜੀ, ਵਾਹਿਗੁਰੂ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਭਾਈ ਸਾਹਿਬ ਜੀ? ਮੈਂ ਭੁਪਿੰਦਰ ਸਿੰਘ ਨੰਦਾ ਬ੍ਰੈਂਪਟਨ ਤੋਂ ਬੋਲ ਰਿਹਾ ਜੀ। ਨੰਦਾ ਸਾਹਿਬ ਜੀ, ਆਇਆਂ ਨੂੰ ਹੁਕਮ ਕਰੋ। ਤੁਸੀਂ ਜ਼ਿਕਰ ਕੀਤਾ ਆਰਐਸਐਸ ਦਾ ਜੀ। ਆਰਐਸਐਸ ਔਰ ਬੀਜੇਪੀ ਇੱਕ ਹੈਗੇ ਜੀ। ਬੀਜੇਪੀ ਔਰ ਸ਼੍ਰੋਮਣੀ ਅਕਾਲੀ ਦਲ ਇੱਕ ਹੀ ਸਮਝੋ, ਕਿਉਂਕਿ ਉਹ ਬਾਦਲ ਲੜੀ ਉਹਨਾਂ ਦੇ ਆ ਤੇ ਉਹ ਹੈਗੇ ਜੀ। ਸਾਡਾ ਫਿਊਚਰ ਕਿਸ ਤਰ੍ਹਾਂ ਸ਼ੇਪ ਹੋ ਸਕਦਾ ਜੀ? ਸਿੱਖ ਜਿਹੜੇ ਨਾ ਦੇ ਲੈ ਕੇ ਲੀਡਰਸ਼ਿਪ, ਸਾਡਾ ਕੋਈ ਲੀਡਰ ਪਿਓਰ ਹੈ ਨਹੀਂ। ਹਾਂਜੀ। ਅਕਾਲ ਤਖਤ ਵੀ ਸ਼੍ਰੋਮਣੀ ਕਮੇਟੀ ਦੇ ਅੰਦਰ ਹੈ ਜੀ, ਉਹ ਵੀ ਉਹਨਾਂ ਦਾ ਹੀ ਹੈ। ਠੀਕ ਹੈ। ਤੇ ਜਿਹੜਾ ਬਾਦਲ ਲਈ ਹੁਣ ਉਹ ਵੱਲਭ ਭਾਈ ਪਟੇਲ ਦੇ ਮਗਰ ਲੱਗੇ ਆ ਜੀ, ਜੋ ਉਹਦੇ ਸਮੇਂ ਸਾਡਾ ਨੁਕਸਾਨ ਹੋਇਆ ਉਹ ਸਾਨੂੰ ਪਤਾ। ਠੀਕ ਹੈ। ਸਰਦਾਰ ਕਪੂਰ ਸਿੰਘ ਹੁੰਦੇ ਸੀ ਡੀਸੀ। ਹਾਂਜੀ। ਡੀਸੀ ਹੁੰਦੇ ਸੀ ਹੁਸ਼ਿਆਰਪੁਰ। ਹਾਂਜੀ। ਉਹਨਾਂ ਨੂੰ ਜਦੋਂ ਹੋਮ ਮਿਨਿਸਟਰੀ ਦਾ ਉਹ ਨੋਟਿਸ ਮਿਲਿਆ, ਸਰਕੂਲਰ ਮਿਲਿਆ ਹਾਂਜੀ ਕਿ ਸਿੱਖ ਕ੍ਰਿਮੀਨਲ ਟ੍ਰਾਈਬਸ ਹੈਗੇ, ਇਹਨਾਂ ਦੀ ਰੀਸੈਟਲਮੈਂਟ ਦਾ ਖਿਆਲ ਰੱਖਿਆ ਜਾਏ, ਇੱਕ ਜਗ੍ਹਾ ਇਕੱਠੇ ਨਾ ਹੋਣ। ਹਾਂਜੀ। ਉਹ ਲੈਟਰ ਮਾਸਟਰ ਤਾਰਾ ਸਿੰਘ ਜੀ ਕੋਲ ਲੈ ਗਏ ਵੀ ਅਸੀਂ ਤੇ ਜੇਲ੍ਹਾਂ ਕੱਟ ਕੇ ਮਰ ਗਏ ਤੇ ਆਹ ਸਾਡਾ ਹਾਲ ਹੈ। ਸਿੱਖ ਜਿਹੜੇ ਪਹਿਲੇ ਮੁਗਲਾਂ ਨਾਲ ਆਪਣੀ ਐਗਜ਼ਿਸਟੈਂਸ ਲਈ ਲੜਦੇ ਰਹੇ, ਹੁਣ ਅਸੀਂ ਆਪਣੀ ਹੋਂਦ ਲਈ ਇਹਨਾਂ ਕੋਲ ਲੜਦੇ ਆ ਜਿਨ੍ਹਾਂ ਲਈ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ। ਚਲੋ, ਬਹੁਤ ਗੁਰੂ ਜਿਹੜਾ ਹੈ ਪੰਥ ਦਾ ਵਾਲੀ ਮੌਜੂਦ ਹੈ, ਉਸਨੇ ਪੰਥ ਦੀ ਬਾਂਹ ਫੜਨੀ ਹੈ। ਕੋਈ ਹਾਂਜੀ, ਬਹੁਤ ਹਾਂਜੀ। ਕੌਣ ਬੋਲ ਰਹੇ ਜੀ? ਹੈਲੋ ਹੈਲੋ ਹੈਲੋ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਹੈਲੋ ਹੈਲੋ ਹੈਲੋ। ਹਾਂਜੀ ਹਾਂਜੀ ਰਾਮਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਜੀ? ਮੈਂ ਨਰਿੰਦਰ ਸਿੰਘ ਬੋਲ ਰਿਹਾ ਜੀ, ਫੀਨਿਕਸ ਤੋਂ। ਜੀ, ਬਸ ਤੁਸੀਂ ਸਾਡੇ ਕੋਲ 10 ਸੈਕਿੰਡ ਹੈਗੇ, ਕਿਰਪਾ ਕਰਕੇ ਜੇ ਸੁਨੇਹਾ ਦੇ ਸਕਦੇ ਹੋ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ। ਹੁਕਮ ਕਰੋ। ਮੈਂ ਇੱਕ ਪ੍ਰੋਗਰਾਮ ਹੋਰ ਚਾਲੂ ਕਰਨਾ ਚਾਹੁੰਦਾ ਜੀ। ਸਵਾਮੀ ਦਇਆਨੰਦ ਜੀ ਅਤੇ ਉਹਨਾਂ ਦੀ ਲਿਖੀ ਹੋਈ ਪੁਸਤਕ ਜਿਹੜੀ ਸਤਿਆਰਥ ਪ੍ਰਕਾਸ਼ ਹੈ, ਜੀ 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 ਜੀ, ਉਹਦੇ ਵਿੱਚ ਜੋ ਕੁਝ ਸਿੱਖਾਂ ਬਾਰੇ ਜਾਂ ਗੁਰਸਿੱਖੀ ਦੇ ਉਲਟ ਲਿਖਿਆ ਗਿਆ, ਉਹਦਾ ਵੀ ਇੱਕ ਦਿਨ ਪ੍ਰੋਗਰਾਮ। ਚਲੋ ਚਲੋ ਚਲੋ, ਠੀਕ ਹੈ। ਜੋ ਜ਼ਰੂਰ ਤੁਹਾਡਾ ਹੁਕਮ ਸਿਰ ਮੱਥੇ ਦੇ ਉੱਤੇ। ਅਖੀਰ ਦੇ ਵਿੱਚ ਇੱਕੋ ਗੱਲ, ਗੁਰੂ ਸਾਹਿਬ ਦਾ ਜਿਹੜਾ ਬਚਨ ਹੈ ਭਾਈ ਗੁਰਦਾਸ ਜੀ ਰਾਹੀਂ, ਮੁੱਲ ਨਾ ਮਿਲੇ ਅਮੋਲ ਨਾ ਕੀਮਤ ਪਾਈਏ, ਪਾਏ ਤਰਾਜੂ ਤੋਲ ਨਾ ਅਤੁਲ ਤੁਲਾਈਏ, ਨਿਜ ਘਰ ਤਖਤ ਅਡੋਲ ਨਾ ਡੋਲ ਡੁਲਾਈਏ, ਗੁਰਮੁਖ ਪੰਥ ਨਿਰੋਲ ਨਾ ਰਲੇ ਰਲਾਈਏ। ਇਹਨੂੰ ਕੌਣ ਰਲਾ ਸਕਦਾ ਹੈ? ਇਹਨੂੰ ਕੌਣ ਖਤਮ ਕਰ ਸਕਦਾ ਹੈ? ਪੰਥ ਖਾਲਸਾ ਖੇਤੀ ਮੇਰੀ, ਹੌਂ ਸੰਭਾਲ ਕਰੋ ਤਸਕੇਰੀ। ਗੁਰੂ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਦਾ ਹੁਕਮ ਹੈ। ਤੁਸੀਂ ਸਾਨੂੰ ਜ਼ਰੂਰ ਈਮੇਲ ਕਰੋ lamba@getpunjabi.tv। ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अपनी बोली अपनी पहचान, पंजाबी हर महफिल दी जान, पंजाबियां दी है वखरी शान। अपनी बोली अपनी पहचान।